हाँ जी। वार मल्हार की महला पहला। रानी कैलाश तथा मावजे की धुन। एक ओंकार सतगुर प्रसाद। श्लोक महला तीजा। गुर मिले मन रसिया जो उठै धरण श्रृंगार। सब दिसै हरियावली सार भरे सुभान काल। अंदर रचै सच रंग जो दिखै लाल। कमल दिसै सच मन गुर कै शब्द निहाल। मन मुख दूजी तरफ है वेखो नजर निहाल। भागी खाते मृग ज्यों सिर दिसै जमकार। उदया कृष्णा निंदा बुरी काम क्रोध विकराल। इन्हीं अखी नजर न आवई जिचर शब्द न करे विचार। तुद भावै संतोखिया चुकै आल जंजाल। मूल है गुर सिरै गुर पौड़ी बोधित। नानक लगी तत लै तू सच्चा मन सच। महला पहला। एको पद एक दार। एको पद एक दार। गुर पौड़ी निज थाना रूढ़ो ठाकुर नानका। सब सुख साचो नाम पौड़ी। आपी ने आप साज आप पछाणिया। अंबर तरत विछोड़ चलोवा पाणिया। वेण खम्मा गगन रहाए शब्द निशाणिया। सूरज चंद उपाए जोत समाया। किए रात दिनांत चोज विडाणिया। तीरथ धर्म विचार नावण कुर्बानिया। तुद सारा पवर न कोए के आख बखाणिया। सचे तख्त निवास होर आमण जाणिया। श्लोक महला पहला। नानक सामण जे बसै चौंक महा होए। नागा मिर्गा मच्छियां रसियां कार तन होए। महला पहला। नानक सामण जे बसै चौंक विछोड़ा होए। ताई कुत्ता निर्धना पंक्ति चक्र होए। पौड़ी। हाँ जी, ये दोनों श्लोकों का पाठ आप जी ने दर्शन किया। सतगुरु जी ने बड़े सोहने ढंग नाल इन्हां श्लोकों का जिहड़ा पाठ असी दो लाइनां दा ही है। दो लाइनां ही पहले श्लोक विच है, दो लाइनां ही अगले श्लोक विच है। सतगुरु जी ने बड़ी अलंकारक भाषा के अंदर, संकेतक भाषा के अंदर महाराज ने साडे सामने गुरमत का पक्ष लिया। और उदाहरण पता किहड़ी दिती है? साउण के महीने च साडे इत्थे बारिशां ज़्यादा हुंदियां, मींह ज़्यादा पैंदे आ।
ਪਹਿਲੇ ਸ਼ਲੋਕ ਅੰਦਰ ਆਖਦੇ ਨੇ, ਨਾਨਕ ਸਾਵਣ ਜੇ ਵਸੈ, ਜੇ ਸਾਵਣ ਦੇ ਮਹੀਨੇ 'ਚ ਮੀਂਹ ਪੈਂਦਾ ਆ, ਚੌਂ ਉਮਾਹਾ ਹੋਏ। ਉਮਾਹ ਦਾ ਅਰਥ ਹੈ ਖੁਸ਼ੀ। ਚੌਂ ਨੂੰ ਬੜਾ ਚਾਅ ਚੜ੍ਹਦਾ, ਬੜੀ ਖੁਸ਼ੀ ਹੁੰਦੀ ਆ। ਉਹ ਚਾਰ ਕਿਹੜੇ ਨੇ? ਨਾਗਾਂ, ਸੱਪਾਂ ਨੂੰ, ਮਿਰਗਾਂ, ਚਾਰ ਪਾਏ ਪਸ਼ੂ, ਉਹਨਾਂ ਲਈ ਘਾਹ ਪੱਠਾ ਵਾਧੂ ਹੋ ਜਾਏਗਾ, ਖਾਣ ਪੀਣ ਨੂੰ ਵਾਧੂ ਹੋ ਜਾਏਗਾ। ਮੱਛੀਆਂ, ਜਿਹੜਾ ਪਾਣੀ ਥੋੜਾ ਤਪ ਜਾਂਦਾ ਛੇਤੀ ਗਰਮੀ ਦੇ ਅੰਦਰ, ਮੱਛੀਆਂ ਨੂੰ ਬੜੀ ਖੁਸ਼ੀ ਹੋਈ, ਪਾਣੀ ਵਾਧੂ ਹੋ ਗਿਆ। ਰਸੀਆਂ, ਘਰ ਧਨ ਹੋਏ। ਰਸ ਦੇ ਆਸ਼ਿਕਾਂ ਨੂੰ, ਜਿਨ੍ਹਾਂ ਦੇ ਕੋਲ ਘਰੇ ਖਾਣ ਪੀਣ ਨੂੰ ਵਾਧੂ ਆ। ਮੀਂਹ ਪੈਂਦਾ ਕੋਈ ਗੱਲ ਨਹੀਂ, ਅੰਦਰ ਬੈਠੇ ਖਾਈ ਜਾਂਦੇ ਆ, ਕੋਈ ਦਿੱਕਤ ਨਹੀਂ। 2-4 ਦਿਨ 10 ਦਿਨ ਮੀਂਹ ਪੈ ਵੀ ਜਾਵੇ, ਉਹਨਾਂ ਨੂੰ ਅੰਦਰ ਬੈਠਿਆਂ ਖਾਂਦਿਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਇਹਨਾਂ ਰਸ ਮਾਨਣ ਵਾਲੇ ਆਸ਼ਿਕਾਂ ਨੂੰ, ਪਸ਼ੂਆਂ ਨੂੰ, ਮੱਛੀਆਂ ਨੂੰ ਤੇ ਨਾਗਾਂ ਨੂੰ, ਕਿ ਇੱਕ ਤਾਂ ਗਰਮੀ, ਦੂਜਾ ਸੱਪ ਦੇ ਅੰਦਰ ਦਾ ਜ਼ਹਿਰ ਉਹਨੂੰ ਤੜਫਾਉਂਦਾ ਆ। ਤਾਂ ਜਦੋਂ ਮੀਂਹ ਪੈਂਦਾ, ਧਰਤੀ ਠੰਡੀ ਹੋਈ, ਉਹਨੂੰ ਠੰਡਕ ਮਿਲੀ, ਉਹਨੂੰ ਬੜੀ ਖੁਸ਼ੀ ਹੋਈ। ਅਗਲੇ ਸ਼ਲੋਕ ਅੰਦਰ ਮਹਾਰਾਜ ਆਖਦੇ ਨੇ, ਨਾਨਕ ਸਾਵਣ ਜੇ ਵਸੈ, ਚੌਂ ਵਿਛੋੜਾ ਹੋਏ। ਸਾਵਣ ਦੇ ਮਹੀਨੇ 'ਚ ਜੇਕਰ ਮੀਂਹ ਪੈਂਦਾ ਆ ਤੇ ਚੌਂ ਨੂੰ ਵਿਛੋੜਾ ਹੁੰਦਾ, ਚੌਂ ਨੂੰ ਬੜੀ ਤਕਲੀਫ ਹੁੰਦੀ ਆ, ਉਹਨਾਂ ਨੂੰ ਬੜੀ ਮੁਸ਼ਕਲ ਵਿੱਚ ਦੀ ਲੰਘਣਾ ਪੈਂਦਾ। ਕਿਹੜੇ ਨੇ ਚਾਰ? ਪਹਿਲੇ ਵਿੱਚ ਵੀ ਗਿਣੇ, ਇਸ ਸ਼ਲੋਕ 'ਚ ਵੀ ਗਿਣੇ। ਗਾਈ ਪੁੱਤਾਂ, ਗਾਈ ਪੁੱਤਾਂ ਦਾ ਅਰਥ ਹੈ ਬਲਦ। ਮੀਂਹ ਪਏਗਾ, ਜ਼ਮੀਨ ਵੱਤਰ ਆਏਗੀ, ਕਿਸਾਨ ਨੇ ਫੜ ਕੇ ਉਹਨਾਂ ਨੂੰ ਹਲ ਜੋ ਲੈਣਾ ਆ। ਗਾਈ ਪੁੱਤਾਂ ਨਿਰਧਨਾ, ਜਿਨ੍ਹਾਂ ਕੋਲ ਪੈਸਾ ਨਹੀਂ, ਜਿਹੜੇ ਨਿਰਧਨ ਨੇ, ਜਿਹੜੇ ਥੋੜੇ ਹੋਏ ਨੇ, ਜਿਨੇ ਜੋ ਕਮਾਉਣਾ ਉਹੋ ਹੀ ਸ਼ਾਮ ਨੂੰ ਖਾਣਾ। ਹੁਣ ਬਾਹਰ ਮੀਂਹ ਪੈਂਦਾ ਹੋਏ ਤੇ ਕਿਹੜੀ ਮਜ਼ਦੂਰੀ ਹੋਏਗੀ? ਬਾਹਰ ਬਾਰਿਸ਼ ਹੁੰਦੀ ਹੋਏਗੀ, ਕਿਹੜੀਆਂ ਸਵਾਰੀਆਂ ਹੋਣਗੀਆਂ ਤੇ ਰਕਸ਼ੇ ਵਾਲਾ ਕੀ ਲੱਦੇਗਾ? ਬਾਜ਼ਾਰਾਂ 'ਚ ਪਾਣੀ ਭਰਿਆ ਹੋਏਗਾ ਤੇ ਆਟੋ ਰਿਕਸ਼ਾ ਕਿੱਧਰ ਦੀ ਜਾਏਗਾ? ਸਵਾਰੀਆਂ ਘਟ ਗਈਆਂ, ਰਾਹ ਮੁਸ਼ਕਲ ਹੋ ਗਿਆ, ਕੰਮਕਾਰ ਬੰਦ ਹੋ ਗਿਆ। ਜਿਹਦੇ ਕੋਲ ਪੈਸਾ ਨਹੀਂ, ਉਹਦੇ ਲਈ ਮੁਸ਼ਕਲ ਵੱਧ ਗਈ। ਨਿਰਧਨਾ। ਅਗਲਾ ਜ਼ਿਕਰ ਕਰਦੇ ਨੇ ਪੰਥੀ, ਰਾਈ, ਮੁਸਾਫਰ ਦਾ। ਦੋ ਜ਼ਿਕਰ ਆਏ, ਪੰਥੀ, ਚਾਕਰ। ਕਹਿੰਦੇ ਨੇ ਜਿਹੜਾ ਰਾਹ ਤੁਰਨ ਵਾਲਾ ਨਾ, ਰਾਹ ਤੁਰਨ ਵਾਲਾ ਮੁਸਾਫਰ ਹੈ ਜਿਹੜਾ, ਉਹਦੇ ਲਈ ਬੜੀ ਮੁਸ਼ਕਲ ਆ। ਮੀਂਹ ਪੈਂਦਾ ਹੋਵੇ, ਸਫ਼ਰ ਕਰਨਾ ਔਖਾ ਹੋ ਗਿਆ, 100 ਰੁਕਾਵਟਾਂ ਖੜੀਆਂ ਹੋ ਗਈਆਂ। ਅਗਲਾ ਜ਼ਿਕਰ ਕਰਦੇ ਚਾਕਰ, ਨੌਕਰ ਲਈ, ਜਿਨੇ ਆਪਣੇ ਘਰੋਂ ਉੱਠ ਕੇ 10 ਕਿਲੋਮੀਟਰ 20 ਕਿਲੋਮੀਟਰ ਆਪਣੀ ਨੌਕਰੀ ਤੇ ਜਾਣਾ ਆ, ਟਾਈਮ ਸਿਰ ਹਾਜ਼ਰ ਹੋਣਾ ਆ। ਮੀਂਹ ਪੈਂਦਾ ਹੋਵੇ, ਉਹਦੇ ਲਈ ਮੁਸ਼ਕਲ ਵੱਧ ਗਈ। ਸਤਿਗੁਰੂ ਕਹਿੰਦੇ ਸਾਉਣ ਦੇ ਮਹੀਨੇ 'ਚ ਮੀਂਹ ਪੈਂਦਾ, ਚੌਂ ਨੂੰ ਬੜੀ ਖੁਸ਼ੀ ਹੋਈ ਤੇ ਚੌਂ ਨੂੰ ਬੜਾ ਧੱਕਾ ਲੱਗਾ। ਚੌਂ ਨੂੰ ਬੜਾ ਧੱਕਾ ਲੱਗਾ, ਚੌਂ ਨੂੰ ਵਿਛੋੜਾ ਹੋ ਗਿਆ, ਚੌਂ ਨੂੰ ਬੜੀ ਮੁਸ਼ਕਲ ਭਾਰੀ ਪੈ ਗਈ। ਹੁਣ ਇਹਨਾਂ ਦੋ ਸ਼ਲੋਕਾਂ ਦੇ ਵਿੱਚ ਉਦਾਹਰਣ ਸਤਿਗੁਰੂ ਨੇ ਦੇ ਕੇ ਤੇ ਚਾਰ ਉਹਨਾਂ ਪੱਖਾਂ ਦਾ ਜ਼ਿਕਰ ਕੀਤਾ। ਪਹਿਲੇ 4 ਪੱਖ ਮੀਂਹ ਪੈਣ ਤੇ ਖੁਸ਼ ਹੋ ਰਹੇ ਆ, ਤੇ ਦੂਜੇ 4 ਪੱਖ ਜਿਹੜੇ ਦਿੱਤੇ ਉਹਦੇ ਵਿੱਚ ਉਹਨਾਂ ਨੂੰ ਮੁਸ਼ਕਲ ਪੈਦਾ ਹੋ ਰਹੀ ਹੈ, ਜ਼ਿੰਦਗੀ ਮੁਹਾਲ ਹੋ ਰਹੀ ਆ। ਅਸਲ 'ਚ ਸਤਿਗੁਰੂ ਜਿਹੜੀ ਬਖਸ਼ਿਸ਼ ਮਿਹਰ ਕਰ ਰਹੇ ਆ ਨਾ, ਉਹ ਇਹ ਹੈ ਭਾਈ, ਜਦੋਂ ਗੁਰਮਤ ਦਾ ਮੀਂਹ ਪੈਂਦਾ ਹੈ ਨਾ, ਗੁਰਮਤ ਦਾ ਮੀਂਹ ਪੈਂਦਾ ਹੈ। ਹੁਣ ਮੀਂਹ ਤਾਂ ਇੱਕੋ ਜਿਹਾ ਮੀਂਹ ਆ ਨਾ, ਸਾਰਿਆਂ ਥਾਵਾਂ ਤੇ ਪੈਂਦਾ। ਸਾਵਣ ਦੇ ਮਹੀਨੇ 'ਚ ਮੀਂਹ ਲਗਾਤਾਰ ਵੀ ਪੈ ਸਕਦਾ ਹੈ, ਟੋਟਵਾਂ ਵੀ ਪੈ ਸਕਦਾ ਹੈ। ਮੀਂਹ ਤਾਂ ਮੀਂਹ ਆ, ਸਾਰਿਆਂ ਤੇ ਇੱਕੋ ਜਿਹਾ ਪੈਂਦਾ, ਸਾਰਿਆਂ ਥਾਵਾਂ ਤੇ ਇੱਕੋ ਜਿਹਾ ਪੈਂਦਾ। ਸਤਿਗੁਰੂ ਨੇ 2 ਪੱਖ ਲਿਆਂਦੇ, ਇੱਕ ਉਮਾਹ ਵਾਲਾ ਤੇ ਦੂਜਾ ਵਿਛੋੜੇ ਵਾਲਾ।
ਮਹਾਰਾਜ ਕਹਿੰਦੇ ਨੇ ਭਾਈ ਦੇਖੋ ਧਿਆਨ ਨਾਲ, ਜਦੋਂ ਗੁਰਮਤ ਦੀ ਵਰਖਾ ਹੁੰਦੀ ਹੈ ਨਾ, ਗੁਰਮਤ ਦੀ ਵਰਖਾ, ਗੁਰੂ ਜਦੋਂ ਗੁਰਮਤ ਦੀ ਵਰਖਾ ਕਰਦਾ ਹੈ, ਗੁਰਮਤ ਦਾ ਮੀਂਹ ਪੈਂਦਾ ਹੈ ਜਦੋਂ, ਉਦੋਂ ਇਸ ਮੀਂਹ ਦਾ ਸਾਹਮਣਾ ਕਰਨ ਵਾਲਿਆਂ ਦੇ ਵਿੱਚ ਵੀ ਇਹੀ ਕੈਟਾਗਰੀ ਹੈ। ਕੁਝ ਉਹ ਨੇ ਜਿਹੜੇ ਗੁਰਮਤ ਦੇ ਸਾਹਮਣੇ ਬੜੇ ਪ੍ਰਸੰਨ ਨੇ, ਵਾਹ ਵਾਹ ਕਮਾਲ ਆ, ਗੁਰੂ ਦੀ ਬਾਤ ਸੁਣਨਗੇ, ਗੁਰੂ ਦਾ ਸ਼ਬਦ ਪੜ੍ਹਨਗੇ, ਗੁਰੂ ਦੀ ਬਾਤ ਨੂੰ ਉਹ ਜਦੋਂ ਵੀ ਆਪਣੇ ਦਿਮਾਗ ਵਾਲੇ ਪਾਸੇ ਨੂੰ ਲੈ ਕੇ ਜਾਣਗੇ, ਆਪਣੇ ਆਪ ਹੀ ਉਹਨਾਂ ਦੇ ਮੂੰਹ ਚੋਂ ਨਿਕਲੇਗਾ, ਵਾਹ ਕੀ ਬਾਤ ਹੈ, ਵਾਹ ਸਤਿਗੁਰੂ, ਧੰਨ ਸਤਿਗੁਰੂ, ਤੁਸੀਂ ਕਿੰਨੀ ਮਿਹਰ, ਕਿੰਨੀ ਕਮਾਲ ਦੀ ਗੱਲ ਕੀਤੀ, ਕਿੱਡਾ ਵੱਡਾ ਗਿਆਨ ਮੇਰੀ ਝੋਲੀ ਪਾਇਆ। ਔਰ ਕੁਝ ਉਹ ਹੋਣਗੇ ਜਿਹੜੇ ਭਰਮਾਂ ਭੁਲੇਖਿਆਂ ਦੇ ਮਾਰੇ ਹੋਏ, ਮਨਮਤ ਦੇ ਮਾਰੇ ਹੋਏ, ਮਨ ਦੀਆਂ ਮਰਜ਼ੀਆਂ ਕਰਨ ਵਾਲੇ ਲੋਕ ਨੇ, ਉਹ ਤੜਫਦੇ, ਉਦਾਸ, ਉਹ ਵਿਚਾਰੇ ਕਿਤੇ ਨਾ ਕਿਤੇ ਆਸੇ-ਪਾਸੇ ਬੈਠੇ ਕੰਢੇ ਲੂੰਦੇ ਦਿਖਾਈ ਦੇ ਸਕਦੇ ਆ। ਕੋਈ ਕਹਿੰਦਾ ਇਹ ਨਹੀਂ ਸੀ ਕਹਿਣਾ ਚਾਹੀਦਾ, ਕੋਈ ਕਹਿੰਦਾ ਇਦਾਂ ਨਹੀਂ ਸੀ ਹੋਣਾ ਚਾਹੀਦਾ, ਕੋਈ ਕਹਿੰਦਾ ਇਦਾਂ ਨਹੀਂ ਸੀ ਹੋਣਾ ਚਾਹੀਦਾ। ਫਿਰ ਜਾਂ ਇੰਨਾ ਕਹਿ ਕੇ ਪੱਲਾ ਝਾੜ ਦਿੰਦੇ ਨੇ ਭਈ ਆਪਾਂ ਤਾਂ ਕਲਯੁਗੀ ਜੀਵ ਆ, ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ। ਉਹਨਾਂ ਨੇ ਕਿਹੜੀ ਮੌਜ ਵਿੱਚ ਕੀ ਆਖਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਸਤਿਗੁਰੂ ਨੇ ਅਕਾਲ ਪੁਰਖ ਜੀ ਦੇ ਪਿਆਰ ਵਿੱਚ, ਅਕਾਲ ਪੁਰਖ ਜੀ ਦੀ ਮੌਜ ਵਿੱਚ ਆਪਣਾ ਜੀਵਨ ਵੀ ਜੀਵਿਆ, ਗੁਰਮਤ ਦੀ ਰੌਸ਼ਨੀ ਦਾ ਪ੍ਰਕਾਸ਼ ਸਾਨੂੰ ਵੀ ਦਿੱਤਾ। ਅਕਾਲ ਪੁਰਖ ਜੀ ਦੀ ਮੌਜ ਵਿੱਚ ਸਤਿਗੁਰੂ ਆਪ ਵੀ ਜੀਵੇ ਔਰ ਸਾਨੂੰ ਵੀ ਉਹਨਾਂ ਨੇ ਗੁਰਮਤ ਦੀ ਰੌਸ਼ਨੀ ਦਾ ਚਾਨਣ ਦਿੱਤਾ। ਗੱਲ ਇਹ ਹੈ ਕਿ ਸਤਿਗੁਰੂ ਨੇ ਜਿੰਨਾ ਕੁਝ ਬਾਣੀ ਦੇ ਵਿੱਚ ਉਚਾਰਨ ਕੀਤਾ ਆ ਪਿਆਰਿਓ, ਇਹ ਸਤਿਗੁਰੂ ਜੀ ਨੇ ਸਿਰਫ ਉਚਾਰਨ ਕਰਕੇ ਰੱਖ ਨਹੀਂ ਦਿੱਤਾ। ਉਚਾਰਨ ਕਰਨ ਦਾ ਮਕਸਦ ਹੀ ਇਹ ਹੈ ਕਿ ਇਹ ਬਾਣੀ ਇਸ ਸਮਾਜ ਲਈ ਹੈ, ਇਹ ਬਾਣੀ ਇਸ ਸਮਾਜ ਦਾ ਚਾਲ ਚੱਲਣ ਘੜੇਗੀ, ਇਹ ਬਾਣੀ ਇਸ ਸਮਾਜ ਦੀ ਦਿਸ਼ਾ ਨਿਰਦੇਸ਼ ਤੈਅ ਕਰੇਗੀ। ਜਦੋਂ ਅਸੀਂ ਗੁਰੂ ਕਹਿੰਦੇ ਆ, ਜਦੋਂ ਅਸੀਂ ਕਹਿੰਦੇ ਆ ਬਾਣੀ ਗੁਰੂ ਹੈ ਬਾਣੀ, ਤਾਂ ਗੁਰੂ ਦੇ ਅਰਥ ਵੇਖੋ ਨਾ ਕਿਧਰ ਨੂੰ ਜਾਣਗੇ। ਸਾਡੇ ਸਮਾਜ ਦੀ ਘਾੜਤ, ਸਾਡੇ ਸਮਾਜ ਦੇ ਦਿਸ਼ਾ ਨਿਰਦੇਸ਼, ਸਾਡੇ ਸਮਾਜ ਦਾ ਚਾਲ ਚੱਲਣ, ਸਾਡੇ ਸਮਾਜ ਦਾ ਵਰਤੋਂ ਵਿਹਾਰ ਗੁਰੂ ਤੈਅ ਕਰੇਗਾ ਭਾਈ। ਪਰ ਕੁਝ ਥਾਵਾਂ ਤੇ ਗੱਲਾਂ ਫਿੱਟ ਨਹੀਂ ਆ ਰਹੀਆਂ, ਉਹਦੇ ਲਈ ਫਿਰ ਬੜਾ ਮਟੀਰੀਅਲ ਇੱਧਰ ਉੱਧਰ ਦਾ ਘੜ ਲਿਆ ਗਿਆ। ਗੁਰਬਾਣੀ ਸਿੱਖ ਰਹਿਤ ਮਰਿਆਦਾ ਪੜੋ। ਗੁਰਬਾਣੀ ਜਿਹੜੇ ਸੌਖੇ ਸ਼ਬਦ ਜੋਟੀਆਂ ਬਣਾ ਕੇ ਗਾਏ ਜਾ ਸਕਦੇ, ਧਾਰਨਾ ਬਣਾ ਕੇ ਗਾਏ ਜਾ ਸਕਦੇ ਆ, ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ਤੁਸੀਂ ਗੁਰਬਾਣੀ ਦੇ ਸ਼ਬਦਾਂ ਦੀਆਂ ਜੋਟੀਆਂ ਬਣਾ ਕੇ ਤੁਸੀਂ ਗਾਓ। ਜੇ ਰਾਗਾਂ ਵਿੱਚ ਤੁਹਾਨੂੰ ਗਾਇਨ ਨਹੀਂ ਆਉਂਦਾ, ਕੀਰਤਨ ਉਸ ਤਰੀਕੇ ਨਾਲ ਪ੍ਰੋਪਰ ਨਹੀਂ ਹੈਗਾ ਤੁਹਾਡੇ ਕੋਲ, ਤੁਸੀਂ ਗੁਰਬਾਣੀ ਦੇ ਸ਼ਬਦਾਂ ਦੀਆਂ ਜੋਟੀਆਂ ਬਣਾ ਕੇ ਗਾਓ। ਪਰ ਨਹੀਂ, ਕੀ ਹੋ ਰਿਹਾ? ਬਾਬਿਆਂ ਨੇ ਆਪਣੀਆਂ ਧਾਰਨਾ ਕਾਇਮ ਕਰ ਲਈਆਂ। ਧਾਰਨਾ, ਉਹ ਧਾਰਨਾ ਕੱਚੀਆਂ ਜਿਹੜੀਆਂ ਕਵਿਤਾਵਾਂ ਉਹਨਾਂ ਨੇ ਬਣਾਈਆਂ, ਉਹ ਕਵਿਤਾਵਾਂ ਬਣਾ ਕੇ ਤੇ ਉਹਨਾਂ ਕਵਿਤਾਵਾਂ ਦੇ ਨਾਂ ਰੱਖੇ ਇਹ ਬਾਬਾ ਜੀ ਕੀਰਤਨ ਕਰਨਗੇ। ਔਰ ਬਹੁਤ ਸਾਰੇ ਸਾਡੇ ਮਾਈ ਭਾਈ ਇਹਨਾਂ ਭੁਲੇਖਿਆਂ 'ਚ ਫਸ ਗਏ। ਬਹੁਤਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਬਾਣੀ ਆ ਜਾਂ ਆਪਣੇ ਕੋਲੋਂ ਕੁਝ ਪੜ੍ਹੀ ਜਾਂਦਾ। ਹੂ ਬਾਣੀ ਵਾਂਗੂ ਉਹਨਾਂ ਨੇ ਕਵਿਤਾਵਾਂ ਆਪਣੀਆਂ ਰਚ ਕੇ ਰੱਖ ਦਿੱਤੀਆਂ। ਕੀ ਕਹਿੰਦੇ ਨੇ? ਬਾਣੀ ਔਖੀ ਹੈ ਤੇ ਬਾਣੀ ਨੂੰ ਸੌਖਿਆਂ ਕਰਕੇ ਅਸੀਂ ਧਾਰਨਾ ਦੇ ਰਾਹੀਂ ਸਮਝਾ ਰਹੇ ਹਾਂ ਲੋਕਾਂ ਨੂੰ। ਬਾਣੀ ਔਖੀ ਹੈ, ਬਾਣੀ ਅਸੀਂ ਧਾਰਨਾ ਦੇ ਰਾਹੀਂ ਲੋਕਾਂ ਨੂੰ ਸੌਖੀ ਕਰਕੇ ਸਮਝਾ ਰਹੇ ਹਾਂ। 20-50 ਸਾਲ ਬੀਤ ਗਏ, 20-50 ਸਾਲ ਹੋਰ ਬੀਤ ਜਾਣ, ਕੀ ਆਏਗਾ? ਉਹਨੇ ਭਨਿਆਰੇ ਵਾਲੇ ਨੇ ਆਪਣਾ ਗ੍ਰੰਥ ਤਿਆਰ ਕਰ ਹੀ ਲਿਆ ਸੀ ਨਾ ਇਦਾਂ ਦੇ ਕੱਚ ਕਰੜ ਨਾਲ। ਕੀ ਆਏਗਾ?
ਆ ਬਾਣੀ ਤੇ ਸਾਡੇ ਸਮਝ ਨਹੀਂ ਲੱਗਦੀ, ਖੰਡ ਪਾਠ ਧਾਰਨਾ ਦਾ ਹੀ ਨਾ ਕਰਾ ਲਈਏ। ਜਦੋਂ ਸਾਨੂੰ ਬਾਣੀ ਪੜਨ ਲੱਗਿਆਂ ਸਮਝ ਨਹੀਂ ਆ ਰਹੀ, ਅਸੀਂ ਧਾਰਨਾ ਸੁਣ ਕੇ ਸਮਝਣੀ ਆ। ਕੀਰਤਨ ਸਾਨੂੰ ਸਿੱਧਾ ਨਹੀਂ ਸਮਝ ਆ ਰਿਹਾ, ਅਸੀਂ ਧਾਰਨਾ ਨਾਲ ਸਮਝਣਾ ਆ, ਤੇ ਫਿਰ ਖੰਡ ਪਾਠ ਆ ਜਾਏਗਾ। ਆ ਜਾਏਗਾ, ਕਰ ਲੈਣਗੇ ਸਾਰੀਆਂ ਇਕੱਠੀਆਂ ਲਿਖੀਆਂ ਪਈਆਂ ਕਿਤਾਬਾਂ 'ਚ। ਇੱਕ ਚੀਜ਼ ਹੋਰ ਵੇਖੋ, ਆਪਣੇ ਸਾਰਿਆਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ। ਸਕੂਲਾਂ ਦੇ ਵਿੱਚ ਸਾਰੇ ਬੱਚਿਆਂ ਦਾ ਲੈਵਲ ਇੱਕੋ ਜਿਹਾ ਨਹੀਂ ਹੁੰਦਾ, ਪੱਧਰ ਇੱਕੋ ਜਿਹਾ ਨਹੀਂ ਹੁੰਦਾ। ਕੋਈ ਥੋੜਾ ਹੁਸ਼ਿਆਰ ਹੈ, ਕੋਈ ਮੱਧਮ ਜਿਹਾ, ਕੋਈ ਉਸ ਤੋਂ ਥੱਲੇ ਵਾਲਾ ਹੁੰਦਾ ਨਾ ਜੀ। ਇਦਾਂ ਸਾਰਿਆਂ ਦਾ ਪੜ੍ਹਨ ਦਾ ਢੰਗ, ਸੋਚਣ ਦਾ ਢੰਗ ਜ਼ਰੂਰੀ ਨਹੀਂ ਇੱਕੋ ਜਿਹਾ ਹੋਵੇ। ਇੱਕ ਕਲਾਸ ਦੇ ਅੰਦਰ ਟੀਚਰ ਉਹਨਾਂ ਨੂੰ ਜੋ ਪੜ੍ਹਾ ਰਿਹਾ, ਸਮਝਾ ਰਿਹਾ, ਉਹਦੇ ਵਿੱਚ ਬੱਚਿਆਂ ਦੇ ਪੱਧਰ ਦੇ ਵਿੱਚ ਫਰਕ ਰਹਿ ਜਾਂਦਾ। ਹੁਣ ਜੇ ਬੱਚਿਆਂ ਦੇ ਵਿੱਚ ਕਮਜ਼ੋਰੀ ਨਜ਼ਰ ਆਉਂਦੀ ਹੋਵੇ, ਜੇ ਬੱਚੇ ਪੜ੍ਹਾਈ 'ਚ ਪਛੜਦੇ ਦਿਖਾਈ ਦਿੰਦੇ ਹੋਣ, ਉਹਨਾਂ ਦਾ ਪੱਧਰ ਉਸ ਬਰਾਬਰ ਨਾ ਆਉਂਦਾ ਹੋਵੇ ਜਿੱਥੋਂ ਤੱਕ ਟੀਚਰ ਉਹਨਾਂ ਨੂੰ ਕਰਵਾ ਰਿਹਾ, ਤੇ ਅੱਜ ਕੱਲ੍ਹ ਸਕੂਲਾਂ ਦਾ ਇੱਕ ਰਿਵਾਜ ਹੈ, ਉਹ ਓਵਰ ਟਾਈਮ ਲਾਉਂਦੇ ਆ, ਉਹਨੂੰ ਟਿਊਸ਼ਨਾਂ ਤੇ ਜ਼ੋਰ ਦੇ ਰਹੇ ਆ। ਇਹਦੀ ਟਿਊਸ਼ਨ ਰੱਖੋ, ਇਹਦਾ ਓਵਰ ਟਾਈਮ ਲਾਓ। ਸਕੂਲਾਂ 'ਚ ਵੀ ਪ੍ਰਬੰਧ ਹੈ, ਲੋਕ ਪ੍ਰਾਈਵੇਟ ਆਪਣਾ ਪ੍ਰਬੰਧ ਵੀ ਇਦਾਂ ਕਰਕੇ ਚੱਲਦੇ ਆ। ਜਿਹੜੇ ਸਬਜੈਕਟ ਔਖੇ ਆ, ਜਿਹੜੇ ਸਬਜੈਕਟ ਸਮਝ ਨਹੀਂ ਆਉਂਦੇ, ਉਹਨਾਂ ਲਈ ਵੱਖਰੇ ਵੱਖਰੇ ਸਕੂਲ ਤੋਂ ਬਾਅਦ ਵੱਖਰੇ ਵੱਡੇ ਖਰਚੇ ਕਰਕੇ ਲੋਕਾਂ ਨੇ ਆਪਣੇ ਪ੍ਰਬੰਧ ਕੀਤੇ ਹੋਏ ਆ। ਪਰ ਜਰਾ ਕਿ ਦੱਸਿਓ ਮੈਨੂੰ, ਕਿਸੇ ਵੀ ਸਕੂਲ ਨੇ, ਦੁਨੀਆ ਦੇ ਕਿਸੇ ਵੀ ਸਕੂਲ ਨੇ, ਜੇ ਬੱਚਿਆਂ ਦਾ ਪੱਧਰ ਨੀਵਾਂ ਹੋਵੇ ਤੇ ਆਪਣਾ ਸਿਲੇਬਸ ਬਦਲਿਆ? ਬੋਲੋ। ਤੇ ਸਾਨੂੰ ਕੀ ਬਿਮਾਰੀ ਪਈ, ਅਸੀਂ ਆਪਣਾ ਸਿਲੇਬਸ ਹੀ ਬਦਲਣਾ ਸ਼ੁਰੂ ਕਰ ਲਿਆ। ਅਸੀਂ ਜ਼ੋਰ ਇਸ ਗੱਲ ਤੇ ਲਾਈਏ ਕਿ ਜੇ ਬਾਣੀ ਨਹੀਂ ਸਮਝ ਆਉਂਦੀ, ਆਓ ਆਪਾਂ ਬਾਣੀ ਰਲ ਕੇ ਸਮਝੀਏ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਸਾਨੂੰ ਸਮਝ ਆਉਣੀ ਸ਼ੁਰੂ ਹੋਏਗੀ। ਅਸੀਂ ਕੀ ਸਾਡੇ ਸਮਝ ਨਹੀਂ ਆਉਂਦਾ, ਬਾਬੇ ਬਾਜਾ ਚੁੱਕ ਲਿਆ, ਨਾਲ ਢੋਲਕੀ ਚੁੱਕ ਲਿਆ, ਲਿਆਓ ਅਸੀਂ ਧਾਰਨਾ ਪੜ੍ਹਦੇ, ਫਿਰ ਸ਼ਬਦ ਤਾਂ ਫੇਰ ਰਹਿ ਗਿਆ, ਬਾਣੀ ਤਾਂ ਫੇਰ ਪਾਸੇ ਰਹਿ ਗਈ। ਬਾਣੀ ਤਾਂ ਫਿਰ ਪਾਸੇ ਰਹਿ ਗਈ, ਬਾਣੀ ਵਾਲੀ ਗੱਲ ਤਾਂ ਵਿੱਚ ਆਈ ਨਾ। ਔਰ ਆ ਜਿਹੜਾ ਇੱਕ ਵਾਤਾਵਰਨ ਸਿਰਜਿਆ ਨਾ ਸਾਡੇ ਅੰਦਰ, ਆ ਜਿਹੜਾ ਇੱਕ ਵਾਤਾਵਰਨ ਸਿਰਜਿਆ ਇਦਾਂ ਦਾ ਕੱਚਾ ਪਿੱਲਾ। ਵੈਸੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤੇ, ਆਖਦੇ ਨੇ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ। ਇਹ ਰੀਸਾਂ ਤੇ ਬਥੇਰੀਆਂ ਸਤਿਗੁਰੂ ਦੀਆਂ ਕਰਦੇ ਆ, ਚੰਦੋਏ ਲਾ ਲਾ ਬਹਿੰਦੇ ਆ, ਉੱਤੇ ਚੌਰ ਕਰਾਉਂਦੇ ਆ, ਮੱਥੇ ਟਿਕਾਉਂਦੇ ਆ। ਇਹ ਸਤਿਗੁਰੂ ਬਣ ਬਣ ਤਾਂ ਬਹਿੰਦੇ ਆ, ਇਹ ਉਦਾਂ ਦੇ ਆਸ਼ੀਰਵਾਦ ਤਾਂ ਸਿਰਜਦੇ ਆ, ਬਥੇਰਾ ਕੁਛ ਕਰਦੇ, ਬਥੇਰੇ ਖੇਖਣ ਕਰਦੇ ਆ। ਪਰ ਇਹ ਮੇਰਾ ਨਹੀਂ, ਗੁਰੂ ਰਾਮਦਾਸ ਜੀ ਦਾ ਹੀ ਬੋਲ ਹੈ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਜਿਹੜੇ ਰੀਸ ਨਾਲ ਬੋਲ ਰਹੇ ਆ ਨਾ ਸਤਿਗੁਰੂ ਵਾਂਗੂ, ਇਹ ਝੂਠੇ ਆ, ਔਰ ਇਹ ਝੂਠੇ ਝੜ ਜਾਣਗੇ, ਇਹ ਰਹਿਣੇ ਨਹੀਂ। ਇਹ ਵਿਚਾਰ ਗੁਰੂ ਰਾਮਦਾਸ ਜੀ ਦਾ ਹੈ। ਔਰ ਆ ਜਿਹੜਾ ਵਾਤਾਵਰਨ ਸਾਡੇ ਆਲੇ ਦੁਆਲੇ 'ਚ ਸਿਰਜ ਦਿੱਤਾ, ਜਿਹਦੇ 'ਚ ਅਸੀਂ ਐਨ ਸਹਿ ਸੁਭਾਈ ਫਸ ਗਏ ਤੇ ਲਗਾਤਾਰ ਉਹਨਾਂ ਚੀਜ਼ਾਂ ਦੇ ਮਗਰ ਲੱਗ ਤੁਰੇ। ਹੁਣ ਜਦੋਂ ਬਾਣੀ ਵਾਲਾ ਪੱਖ ਸਾਹਮਣੇ ਆਉਂਦਾ, ਜਾਂ ਅਸੀਂ ਜਦੋਂ ਬਾਬਾਵਾਦ ਆਪਣਾ ਇੱਕ ਵੱਖਰਾ ਹੀ ਸਿਲਸਿਲਾ ਸਿਰਜ ਕੇ ਬਹਿ ਗਏ, ਤਾਂ ਜਦੋਂ ਉਹ ਸਾਰੇ ਸਿਲਸਿਲੇ ਨੂੰ ਸਾਹਮਣੇ ਰੱਖ ਕੇ ਗੱਲ ਕਰਨੀ ਹੋਵੇ, ਤਾਂ ਫਿਰ ਆ ਸਲੋਕਾਂ ਨੂੰ ਦੋਵਾਂ ਨੂੰ ਸਾਹਮਣੇ ਰੱਖੋ। ਇੱਕ ਤੇ ਉਹ ਨੇ ਜਿਹੜੇ ਗੁਰਮਤ ਨੂੰ ਪਸੰਦ ਕਰਨ ਵਾਲੇ, ਜਿਹੜੇ ਇਸ ਸਾਰੇ ਐਸ ਕੱਚੇ ਪਿੱਲੇ ਵਾਤਾਵਰਨ ਤੋਂ ਤੰਗ ਨੇ, ਉਹਨਾਂ ਨੂੰ ਤਾਂ ਖੁਸ਼ੀ ਹੋਈ ਵੀ ਗੁਰਮਤ ਦਾ ਪ੍ਰਕਾਸ਼ ਸ਼ੁਰੂ ਹੋਇਆ, ਗੁਰਮਤ ਦੀ ਗੱਲ ਸ਼ੁਰੂ ਹੋਈ, ਬਾਣੀ ਦਾ ਪੱਖ ਸ਼ੁਰੂ ਹੋਇਆ। ਇੱਕ ਉਹ ਨੇ ਜਿਹੜੇ ਇਸ ਧਾਰਨਾ ਸਿਸਟਮ ਦੇ ਅੰਦਰ ਤੇ ਡੇਰਾਵਾਦ ਸਿਸਟਮ ਦੇ ਅੰਦਰ ਤੇ ਦੇਹਧਾਰੀ ਗੁਰੂ ਡੰਮ ਸਿਲਸਿਲੇ 'ਚ ਫਸੇ ਹੋਏ ਨੇ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਵੀ ਲੈ ਹਾਏ ਦੱਸ। ਉਹ ਫਿਰ ਗੁਰਦੁਆਰੇ 'ਚ ਪਤਾ ਕੀ ਕਰਦੇ, ਤੁਸੀਂ ਬਾਣੀ ਦੀ ਗੱਲ ਕਰੋ, ਤੁਹਾਨੂੰ ਕੀ ਲੱਗੇ ਜੀ, ਤੁਸੀਂ ਲੋਕਾਂ ਨੂੰ ਕਿਉਂ ਤੋੜਦੇ ਹੋ? ਤੁਸੀਂ ਬਾਣੀ ਦੀ ਗੱਲ ਕਰੋ, ਤੁਸੀਂ ਲੋਕਾਂ ਨੂੰ ਕਿਉਂ ਤੋੜਦੇ ਹੋ? ਅੱਛਾ ਠੀਕ ਹੈ ਜੀ, ਬਾਣੀ ਦੀ ਗੱਲ ਕਰਦੇ ਆ।
ਬਾਣੀ ਦੀ ਗੱਲ ਕਰ ਲਈਏ। ਰੱਬ ਇੱਕ ਹੈ, ਉਹ ਜੰਮਦਾ ਮਰਦਾ ਨਹੀਂ। ਰੱਬ ਇੱਕ ਹੈ, ਉਹ ਜੰਮਦਾ ਮਰਦਾ ਨਹੀਂ। ਉਹ ਅਜੂਨੀ ਹੈ, ਸੈ ਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਜਿਹੜਾ ਜੰਮਦਾ ਹੈ ਮਰਦਾ ਹੈ, ਜਿਹੜਾ ਧਰਤੀ ਤੇ ਆਇਆ ਤੇ ਮਰ ਗਿਆ, ਭਾਵੇਂ ਕੋਈ ਦੇਵਤਾ ਵੀ ਹੋਵੇ, ਉਹ ਰੱਬ ਨਹੀਂ ਹੋ ਸਕਦਾ। ਲੈ ਤੁਸੀਂ ਫਿਰ ਦੇਵਤਿਆਂ ਵਾਲੇ ਪਾਸੇ ਕਿਉਂ ਤੁਰ ਗਏ ਜੀ? ਜਿਹੜਾ ਜੰਮਦਾ ਤੇ ਮਰਦਾ ਉਹ ਰੱਬ ਨਹੀਂ ਹੋ ਸਕਦਾ। ਇਹੀ ਤੇ ਬਾਣੀ ਕਹਿ ਰਹੀ ਹੈ ਨਾ। ਹੁਣ ਬਾਣੀ ਦਾ ਪੱਖ ਤੇ ਸੁਣ ਲਈਏ। ਨਸ਼ੇ ਬਾਣੀ ਨੇ ਮਨਾ ਕੀਤੇ ਆ। ਲੈ ਤੁਸੀਂ ਗੁਰਦੁਆਰੇ ਆ ਕੇ ਨਸ਼ਿਆਂ ਦੀ ਗੱਲ ਕਰਨੀ, ਤੁਹਾਨੂੰ ਹੋਰ ਨਹੀਂ ਕੁਝ ਲੱਭਦਾ? ਚਲੋ ਅੱਜ ਆਪਾਂ ਨਸ਼ਿਆਂ ਵਾਲਾ ਵੀ ਛੱਡ ਦਿੰਨੇ ਆ। ਅੱਜ ਆਪਾਂ ਵਰਤਾਂ ਵਾਲੀ ਗੱਲ ਕਰ ਲਈਏ। ਇਹਨਾਂ ਬਾਬਿਆਂ ਨੂੰ ਤੇ ਵਰਤਾਂ ਤੋਂ ਸਿਵਾ ਕੁਝ ਲੱਭਦਾ ਹੀ ਨਹੀਂ। ਬਸ ਘੜੀ ਮੱਥਾ ਟੇਕਣ ਆਏ ਗੁਰਦੁਆਰੇ ਅੱਗੇ, ਵਰਤਾਂ ਦਾ ਪ੍ਰਸੰਗ ਛੇੜ ਕੇ ਬੈਠੇ ਆ। ਬਸ ਬੀਬੀਆਂ ਦਾ ਜੀਣਾ ਇਹਨਾਂ ਨੇ ਮੁਹਾਲ ਕੀਤਾ ਹੋਇਆ। ਦੱਸੋ ਇਹਨਾਂ ਨੂੰ ਹੋਰ ਨਹੀਂ ਕੁਝ ਲੱਭਦਾ? ਚਲੋ ਇਹ ਵੀ ਛੱਡ ਦਿਓ, ਇਹ ਵੀ ਛੱਡ ਦਿਓ। ਉਹ ਭਾਈ ਤੀਰਥਾਂ ਤੇ ਨਹਾਉਣ ਨਾਲ ਨਹੀਂ ਕੁਝ ਵੀ ਹੋਣਾ। ਸਤਿਗੁਰੂ ਨੇ ਆਖਿਆ ਭਾਈ ਆਪਣੇ ਅੰਦਰ ਗੁਰੂ ਦੀ ਸਿੱਖਿਆ ਧਾਰਨ ਕਰੋ। ਲੈ ਹੁਣ ਆਜਾਂ ਦੇ ਤੀਰਥਾਂ ਤੇ ਨਹੀਂ ਨਹਾਉਣਾ, ਇਹਨਾਂ ਨੂੰ ਹੋਰ ਨਹੀਂ ਕੁਝ ਲੱਭਦਾ? ਕੀ ਲੱਭੀਏ ਦੱਸੋ ਫਿਰ? ਹੁਣ ਕਿੱਥੋਂ ਸ਼ੁਰੂ ਕਰੀਏ ਤੁਸੀਂ ਦੱਸ ਦਿਓ। ਤਾਂ ਆ ਜਿਹੜਾ ਦੁਖੀ ਵਾਤਾਵਰਨ ਅਸੀਂ ਸਿਰਜਿਆ ਹੋਇਆ ਨਾ, ਕਿ ਸਾਨੂੰ ਗੁਰਦੁਆਰੇ ਆ ਕੇ ਵੀ ਗੁਰੂ ਦੀ ਗੱਲ ਜਿਹੜੀ ਆ ਉਹ ਸਾਨੂੰ ਐਂ ਲੱਗਦੀ ਵੀ ਸਾਡੇ ਮੁਤਾਬਕ ਜੋ ਅਸੀਂ ਕਰ ਰਹੇ ਨਾ ਇਹਦੇ ਤੇ ਠੱਪਾ ਲਾ ਦਿਓ। ਬਸ ਇਹ ਕਹਿ ਦਿਓ ਵੀ ਬੱਲੇ ਬੱਲੇ ਬੱਲੇ, ਬੜੀ ਕਮਾਲ ਕੀਤੀ ਤੁਸੀਂ, ਉਹ ਪੈਰਾਂ ਵਾਲਾ ਪਾਣੀ ਪੀ ਕੇ ਆਏ ਹੋ, ਵਾਹ ਵਾਹ ਜੀ ਬਹੁਤ ਕਮਾਲ ਕੀਤੀ ਤੁਸੀਂ, ਉਹ ਜਿਹੜੀ ਜੋੜਿਆਂ ਵਾਲੀ ਮਿੱਟੀ ਸਿਰ ਤੇ ਪਾ ਲਈ, ਬਹੁਤ ਕਮਾਲ ਕੀਤੀ, ਬਹੁਤ ਬੱਲੇ ਬੱਲੇ ਬੱਲੇ, ਤੁਹਾਡੇ ਵਰਗਾ ਨਹੀਂ ਕੋਈ ਇੱਥੇ। ਕਿੱਦਾਂ ਕਿਹਾ ਜਾਵੇ? ਜੋ ਗਲਤ ਹੋ ਰਿਹਾ, ਜੋ ਮਨਮਤ ਹੋ ਰਹੀ ਆ, ਜੋ ਸਾਡੇ 'ਚ ਇਦਾਂ ਦੇ ਕਰਮ ਕਾਂਡ ਪਾ ਦਿੱਤੇ ਗਏ ਆ, ਕਿ ਉਹਨਾਂ ਦੇ ਉੱਤੇ ਮੋਹਰ ਲੱਗਦੀ ਜਾਵੇ? ਮੂੰਹ ਬੰਦ ਰੱਖੇ ਜਾਣ? ਹਾਏ ਗੁਰਦੁਆਰਿਆਂ 'ਚ ਰਾਜਨੀਤੀ ਦੀ ਗੱਲ ਨਹੀਂ ਹੋਣੀ ਚਾਹੀਦੀ। ਤੇ ਜੇ ਗੁਰਦੁਆਰਿਆਂ 'ਚ ਰਾਜਨੀਤੀ ਦੀ ਗੱਲ ਨਹੀਂ ਹੋਣੀ ਚਾਹੀਦੀ, ਫਿਰ ਇਸ ਲੋਕ ਦਾ ਕੀ ਕਰਨਾ? ਰਾਜੇ ਸ਼ੀ ਮੁਕੱਦਮ ਕੁੱਤੇ। ਇਹਦਾ ਕੀ ਕਰਨਾ ਦੱਸੋ? ਤਾਂ ਕੁੱਲ ਮਿਲਾ ਕੇ ਅਸਲੀਅਤ ਵਿੱਚ ਮੈਂ ਜਿਹੜੀ ਗੱਲ ਅਖੀਰ ਤੇ ਕਰਨ ਲੱਗਾ, ਧਿਆਨ 'ਚ ਰੱਖਿਓ ਜੇ, ਅਸਲੀਅਤ ਵਿੱਚ ਕਹਾਣੀ ਇਹ ਹੈ, ਸਾਡੇ ਸਮਾਜ ਦੀਆਂ, ਸਾਰੇ ਸਮਾਜ ਦੀਆਂ ਡਾਇਰੈਕਸ਼ਨਾਂ ਅਸਲ 'ਚ ਗੁਰਦੁਆਰੇ 'ਚੋਂ ਨਿਕਲਦੀਆਂ। ਉਹ ਡਾਇਰੈਕਸ਼ਨਾਂ ਸਾਰੀਆਂ ਰੋਕ ਕੇ ਗੁਰਦੁਆਰਾ ਐ ਇੱਕ ਪੂਜਾ ਦਾ ਥਾਂ ਜਿਹਾ ਬਣਾ ਕੇ ਰੱਖ ਦਿੱਤਾ ਵੀ ਇੱਥੇ ਤੇ ਸੰਗਰਾਂਦ ਮਨਾਓ, ਕੜਾਹ ਬਣਾਓ, ਲੰਗਰ ਲਾਓ ਤੇ ਬਸ ਘਰ ਨੂੰ ਚਲੇ ਜਾਓ। ਮੈਂ ਪਹਿਲਾਂ ਸ਼ੁਰੂ 'ਚ ਕਿਹਾ ਸੀ ਨਾ, ਡਾਇਰੈਕਸ਼ਨਾਂ ਸਾਡੀਆਂ ਗੁਰੂ ਦੇਵੇ, ਦਿਸ਼ਾ ਨਿਰਦੇਸ਼ ਸਾਡੇ ਗੁਰੂ ਦੇਵੇ। ਫਿਰ ਗੱਲ ਬਣੂਗੀ ਨਾ। ਉਹ ਸਾਰਾ ਰੋਕ ਲਿਆ ਸੀ। ਕੜਮ ਚੌਧਰੀ ਸਾਡੇ ਗੁਰਦੁਆਰਿਆਂ 'ਚ ਬਹਿ ਗਿਆ, ਉਹ ਮਨਮਰਜ਼ੀਆਂ ਕਰਦੇ ਆ। ਅਸੀਂ ਸੰਗਤ, ਅਸੀਂ ਕਹਿੰਦੇ ਸਾਨੂੰ ਕੀ ਲੈਣਾ ਦੇਣਾ, ਅਸੀਂ ਪੈਸਾ ਮੱਥਾ ਟੇਕਿਆ ਘਰ ਨੂੰ ਆ ਕੇ, ਵੀ ਆਪਾਂ ਇਹਦੇ 'ਚੋਂ ਕੀ ਲੈਣਾ। ਤਾਂ ਸਾਨੂੰ ਇਸ ਗੱਲ ਨੂੰ ਸਮਝਣ ਲਈ ਧਿਆਨ ਦੇਣਾ ਪਏਗਾ, ਜ਼ੋਰ ਦੇਣਾ ਪਏਗਾ। ਸਤਿਗੁਰੂ ਨੇ ਇਹ ਜਿਹੜਾ ਬਾਣੀ ਦਾ ਪ੍ਰਕਾਸ਼ ਸਾਡੇ ਲਈ ਕੀਤਾ ਪਿਆਰਿਓ, ਇਹ ਬਾਣੀ ਦਾ ਪ੍ਰਕਾਸ਼ ਸਾਡੇ ਲਈ ਕੀਤਾ ਹੈ, ਸਮਾਜ ਲਈ ਕੀਤਾ ਹੈ। ਜੇ ਸਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਹੈ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਜਾਂ ਸਤਿਗੁਰੂ ਨੇ ਕਿਹਾ ਹੈ ਨਾ ਭਾਈ ਇਹ ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਪੜ੍ਹਦੇ ਆਪਾਂ ਗੁਰੂ ਰਾਮਦਾਸ ਜੀ ਦੇ ਬੋਲ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਰੇ ਦਾ ਅਰਥ ਇਹ ਨਹੀਂ ਹੈ ਇਹ ਬਾਣੀ 'ਚ ਸਾਰੇ ਅੰਮ੍ਰਿਤ ਹੈ। ਸਾਰੇ ਅੰਮ੍ਰਿਤ ਕਿੱਥੋਂ ਆ ਗਏ? ਕਿੰਨੇ ਕ ਅੰਮ੍ਰਿਤ ਹੈ? ਕੱਲ ਹੀ ਤੇ ਆਪਾਂ ਪੜ੍ਹਿਆ ਸੀਗਾ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਨਾਨਕ ਅੰਮ੍ਰਿਤ ਏਕ ਹੈ, ਉਹ ਕਿਹੜਾ ਅੰਮ੍ਰਿਤ ਹੈ? ਅੰਮ੍ਰਿਤ ਨਾਮ ਨਿਧਾਨ ਹੈ। ਕਿਆ ਸਤਿਗੁਰੂ ਨੇ ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੇ ਦਾ ਅਰਥ ਹੈ ਸੰਭਾਲੇ, ਵਿੱਚੋਂ ਬਾਣੀ ਚੋਂ ਅੰਮ੍ਰਿਤ ਸੰਭਾਲੇ। ਕੌਣ? ਗੁਰ ਬਾਣੀ ਕਹੈ
ਗੁਰੂ ਬਾਣੀ ਕਹਿੰਦਾ, ਸੇਵਕ ਜਨ ਮਨ। ਆ ਜਿਹੜਾ ਸੇਵਕ ਜਨ ਹੈ ਨਾ, ਇਹ ਇਸ ਬਾਣੀ ਚੋਂ ਅੰਮ੍ਰਿਤ ਦੀ ਸੰਭਾਲ ਕਰੇ। ਇਸ ਬਾਣੀ ਚੋਂ ਅੰਮ੍ਰਿਤ ਦੀ ਸੰਭਾਲ ਕਰੇ। ਔਰ ਵੇਖੋ ਸਾਨੂੰ ਗੁਰੂ ਪਿਆਰਿਓ, ਇਹ ਸਾਡੀਆਂ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ। ਕਿੱਧਰ ਦਾ ਵਾਤਾਵਰਨ ਕਿੱਧਰ ਜਾ ਕੇ ਸੁੱਟ ਦਿੱਤਾ ਆ। ਸ਼ਾਮ ਨੂੰ ਹੁਣ ਰਹਿਰਾਸ ਦਾ ਟਾਈਮ ਆ, ਸ਼ਾਮ ਨੂੰ ਪਾਠ ਹਰ ਗੁਰਦੁਆਰੇ ਹਰ ਪਿੰਡ 'ਚ ਇਹ ਪਾਠ ਹੋ ਰਿਹਾ ਤੇ ਇਹ ਪੜ੍ਹਿਆ ਜਾ ਰਿਹਾ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਉੱਥੇ ਪੜ੍ਹਿਆ ਜਾ ਰਿਹਾ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਤੇ ਹਰਿਆ ਕਾਹਦੇ ਨਾਲ ਹੋਏਗਾ? ਗੁਰਦੁਆਰਿਆਂ ਚੋਂ ਆਵਾਜ਼ਾਂ ਆ ਰਹੀਆਂ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤੇ ਸਾਡੇ ਲੋਕ ਢਾਣੀਆਂ ਬਣਾ ਕੇ ਠੇਕਿਆਂ ਨੂੰ ਜ਼ਹਿਰ ਪੀਣ ਜਾ ਰਹੇ ਆ, ਹੈ ਨਾ ਜੀ। ਧੀਆਂ ਪੁੱਤ ਨਸ਼ੇ ਵਿੱਚ ਗਲਤਾਨ ਕਰ ਦਿੱਤੇ। ਨਿਕਲਿਆ ਜਾ ਸਕਦਾ, ਰੋਕਿਆ ਜਾ ਸਕਦਾ। ਅਸੀਂ ਲਕੀਰ ਖਿੱਚ ਕੇ ਸਿੱਧੇ ਹੋ ਜਾਈਏ, ਭਾਈ ਆਹ ਗੱਲ ਗੁਰੂ ਨੇ ਕਹੀ, ਅਸੀਂ ਇਹਦੇ ਦੇ ਉੱਤੇ ਡਟੇ ਹੋਏ ਆ, ਅਸੀਂ ਨਹੀਂ ਹਿਲਦੇ। ਖਲੋ ਜਾਈਏ ਨਾ ਆਪਾਂ, ਤਾਂ ਫਿਰ ਉੱਥੇ ਆਏਗੀ ਗੱਲ, ਨਾਨਕ ਸਾਵਣ ਜੇ ਵਸੈ ਚੌ ਓ ਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚੌ ਵੇ ਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਮੀਂਹ ਤਾਂ ਪੈਂਦਾ ਆ, ਮੀਂਹ ਤਾਂ ਆਪਣੇ ਹਿਸਾਬ ਨਾਲ ਪੈਂਦਾ, ਮੀਂਹ ਤਾਂ ਕਿਸੇ ਦਾ ਪੱਖਪਾਤ ਨਹੀਂ ਕਰਦਾ, ਮੀਂਹ ਤਾਂ ਇੱਕੋ ਜਿਹਾ ਪੈਂਦਾ ਆ। ਪਰ ਸਾਡੇ ਆਪਣੇ ਵਾਤਾਵਰਣ ਦੇ ਜਾਂ ਸਾਡੀਆਂ ਆਪਣੀਆਂ ਗੱਲਾਂ ਬਾਤਾਂ ਦੇ ਕਾਰਨ ਚੌਂਕ ਨੂੰ ਤੇ ਬੜੀ ਖੁਸ਼ੀ ਹੋਈ, ਤੇ ਚਾਰ ਕੋਹ ਸੀ ਜਿਹੜੇ ਵਿਚਾਰੇ ਤੜਫ ਉੱਠੇ ਵੀ ਓਏ ਹੋਏ 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 ਪੈ ਗਿਆ ਮੀਂਹ, ਹੁਣ ਪਏਗਾ ਜੱਬ। ਉਹਨਾਂ ਨੂੰ ਪੈ ਗਿਆ ਵਕਤ, ਉਹਨਾਂ ਨੂੰ ਪੈ ਗਈ ਬਿਪਤਾ, ਉਹ ਹਿੱਲ ਤੁਰੇ ਵਿਚਾਰੇ। ਸਤਿਗੁਰੂ ਜਦੋਂ ਮਿਹਰ ਕਰਦੇ ਆ, ਤੇ ਸਤਿਗੁਰੂ ਦੀ ਵਡਿਆਈ ਗੁਰਸਿੱਖਾਂ ਨੂੰ ਤਾਂ ਵੈਸੇ ਚੰਗੀ ਲੱਗਦੀ ਆ, ਗੁਰਸਿੱਖਾਂ ਦੇ ਅੰਦਰ ਤਾਂ ਚਾਅ ਚੜ੍ਹਦਾ ਆ। ਗੱਲ ਇਹ ਆ ਕਿ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਵਾਲਾ ਭਾਵ ਨਾ ਹੋਵੇ, ਉਹਨਾਂ ਨੂੰ ਤੜਫਣੀ ਅੰਦਰੋਂ ਲੱਗਦੀ ਆ। ਸਤਿਗੁਰੂ ਜੀ ਇੱਕ ਥਾਂ ਤੇ ਹੋਰ ਵੀ ਆਖਦੇ ਆ, ਮਹਾਰਾਜ ਕਹਿੰਦੇ ਨੇ, ਭਾਈ ਨਾਮ ਸੁਨਤ ਜਨ ਬਿਛੂ ਡਸਾਨਾ। ਮਨ ਦੇ ਪਿੱਛੇ ਚੱਲਣ ਵਾਲੇ ਬੰਦੇ ਦਾ ਹਾਲ ਇਹ ਹੈ, ਜਦੋਂ ਗੁਰੂ ਦਾ ਉਪਦੇਸ਼ ਸੁਣਦਾ ਤੇ ਐਂ ਤੜਫਦਾ ਜਿਵੇਂ ਮੰਨ ਲਓ ਬਿੱਛੂ ਨੇ ਡੰਗ ਮਾਰਿਆ ਹੋਵੇ, ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਔਰ ਸ਼ਾਇਦ ਆਪ ਜੀ ਗੁਰਦੁਆਰੇ ਗਏ, ਮੱਥਾ ਟੇਕ ਕੇ ਘੜੀ ਕੀਰਤਨ ਸੁਣਿਆ ਤੇ ਘਰ ਨੂੰ ਆ ਗਏ। ਪਰ ਸਾਨੂੰ ਇਹ ਦ੍ਰਿਸ਼ ਬੜੇ ਵੇਖਣ ਨੂੰ ਮਿਲਦੇ ਆ, ਜਦੋਂ ਅਗਲੇ ਲੜਨ ਨੂੰ ਪੈਂਦੇ ਨੇ ਤੇ ਬ੍ਰੇਕਾਂ ਬੰਨ੍ਹਦੇ ਨੇ ਕਿ ਇਹ, ਤੇ ਫਿਰ ਇਦਾਂ ਵੀ ਕਰਦੇ, ਅੱਜ ਤੋਂ ਬਾਅਦ ਸਾਡੇ ਗੁਰਦੁਆਰੇ ਨਾ ਆਇਓ, ਇਹਨਾਂ ਨੂੰ ਨਹੀਂ ਸੱਦਣਾ ਅਸੀਂ, ਤੇ ਨਾ ਸੱਦੋ ਭਾਈ, ਤੁਹਾਡੀ ਮਰਜ਼ੀ, ਨਾ ਸੱਦੋ। ਬਾਣੀ ਤਾਂ ਨਹੀਂ ਬਦਲ ਚੱਲੀ ਨਾ। ਹੋਰ 2 4 10 ਸਾਲ 20 ਸਾਲ ਕੱਢ ਲਓ, ਆਖਰ ਬਾਣੀ ਤਾਂ ਪਈ ਆ ਨਾ, ਬਾਣੀ ਦਾ ਪ੍ਰਕਾਸ਼ ਤੇ ਹੈਗਾ ਨਾ। ਤੇ ਕੋਈ ਨਹੀਂ 10 20 ਸਾਲਾਂ ਬਾਅਦ ਫਿਰ ਕੋਈ ਨਾ ਕੋਈ ਉੱਠ ਖਲੋਊਗਾ। ਔਰ ਇਹ ਪੱਕੀ ਗੱਲ ਹੈ, ਜਿੰਨਾ ਚਿਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਾਡੇ ਸਮਾਜ 'ਚ ਪ੍ਰਕਾਸ਼ ਹੈ, ਇਹ ਠੀਕ ਹੈ। ਅਸੀਂ ਹਨੇਰੇ 'ਚ ਧੱਕੇ ਖਾ ਸਕਦੇ ਹਾਂ, ਠੇਡੇ ਖਾ ਸਕਦੇ ਹਾਂ, ਪਰ ਸੱਚ ਨਹੀਂ ਲੁਕਣ ਲੱਗਿਆ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਆਖਰ ਇਹ ਸੱਚ ਹੋਣਾ ਹੀ ਆ। ਗੁਰਬਾਣੀ ਇਸ ਜੱਗ ਮੈਂ ਚਾਨਣ, ਚਾਨਣ ਰੁਕਣਾ ਨਹੀਂ, ਚਾਨਣ ਟੱਕਿਆ ਨਹੀਂ ਜਾਣਾ, ਹੈ ਨਾ ਜੀ। ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਚਾਨਣ ਆ, ਚਾਨਣ।
ਤੇ ਚਾਨਣ ਨੂੰ ਕਿੰਨੀ ਕੁ ਦੇਰ ਰੋਕ ਲਾਂਗੇ? ਅੱਖਾਂ ਵੀ ਬੰਦ ਕਰ ਲਾਂਗੇ ਤੇ ਕਿੰਨਾ ਕੁ ਚਿਰ ਕਰ ਲਾਂਗੇ ਵੀ ਸਾਨੂੰ ਨਹੀਂ ਸੂਰਜ ਦੀਦਾ, ਧੁੱਪ ਚੜੀ ਨਹੀਂ, ਕਿੱਥੇ ਚਾਨਣ ਆ? ਕਰ ਲੋ ਬੰਦ, ਕਿੰਨਾ ਚਿਰ ਕਰੋਗੇ? ਆਖਰ ਤਾਂ ਇੱਕ ਦਿਨ ਅੱਖਾਂ ਖੁੱਲਣੀਆਂ ਹੀ ਆ। ਬਾਣੀ ਦਾ ਸੱਚ ਨਾ ਕਦੀ ਪਹਿਲਾਂ ਲੁਕਿਆ, ਨਾ ਕਦੀ ਲੁਕਣਾ ਆ। ਹਾਂਜੀ। ਔੜੀ ਤੂੰ ਸੱਚਾ ਸਚਿਆਰ, ਜਿਨ ਸੱਚ ਵਰਤਾਇਆ, ਬੈਠਾ ਤਾੜੀ ਲਾਏ, ਕਮਲ ਛਪਾਇਆ। ਬ੍ਰਹਮੈ ਵੱਡਾ ਕਹਾਏ, ਅੰਤ ਨਾ ਪਾਇਆ, ਨਾਨਕ ਸੁਭਾਪ ਨਾ ਮਾਏ, ਕਿਨ ਤੂੰ ਜਾਇਆ। ਲਓ ਜੀ, ਬ੍ਰਹਮੈ ਵੱਡਾ ਕਹਾਏ। ਵੱਡਾ ਤੇ ਉਹ ਕਹਾਇਆ। ਸ੍ਰਿਸ਼ਟੀ ਦਾ ਸਿਰਜਕ ਬਣਿਆ। ਕਿਉਂ ਜੀ? ਸ੍ਰਿਸ਼ਟੀ ਦਾ ਸਿਰਜਕ ਬਣਿਆ। ਸ੍ਰਿਸ਼ਟੀ ਕਿੰਨੇ ਸਾਜੀ? ਬ੍ਰਹਮੇ ਨੇ ਸਾਜੀ। ਪੈਦਾ ਕਰਨ ਵਾਲਾ ਬ੍ਰਹਮਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਣ। ਮਹਾਰਾਜ ਕਹਿੰਦੇ ਨੇ ਬ੍ਰਹਮਾ ਵੱਡਾ ਤੇ ਕਹਾਇਆ। ਵੱਡਾ ਤੇ ਉਹ ਬਣਿਆ, ਅੰਤ ਨਾ ਪਾਇਆ। ਔਰ ਫਿਰ ਅਕਾਲ ਪੁਰਖ ਬਾਬਤ ਨਾਲ ਹੀ ਕਹਿੰਦੇ ਨੇ ਇਹ ਵੱਡਾ ਤੇ ਬ੍ਰਹਮਾ ਕਹਾਇਆ, ਜੰਮਿਆ ਤੇ ਹੈ, ਇਹ ਰੱਬ ਤੇ ਬਣਿਆ ਫਿਰਦਾ ਰਿਹਾ। ਨਾਲ ਅੱਗੇ ਕਹਿੰਦੇ ਨੇ ਨਾ ਤਿਸ ਬਾਪ ਨਾ ਮਾਏ, ਕਿਨ ਤੂੰ ਜਾਇਆ। ਰੱਬਾ, ਨਾ ਤੇਰੀ ਮਾਂ ਨਾ ਪਿਓ, ਤੈਨੂੰ ਕਿਹਨੇ ਪੈਦਾ ਕੀਤਾ ਆ? ਤੈਨੂੰ ਜਨਮ ਦੇਣ ਵਾਲਾ ਕੌਣ ਹੈ? ਬ੍ਰਹਮੇ ਦਾ ਤੇ ਲੱਭ ਗਿਆ। ਬ੍ਰਹਮੇ ਦੇ ਤੇ ਪੈਦਾ ਹੋਣ ਦੀ ਕਹਾਣੀ ਸਾਹਮਣੇ ਆ ਗਈ। ਸੱਚੇ ਸਾਹਿਬ, ਤੇਰੇ ਬਾਰੇ ਕੁਛ ਵੀ ਨਹੀਂ ਪਤਾ, ਤੈਨੂੰ ਕਿਹਨੇ ਪੈਦਾ ਕੀਤਾ? ਹਾਂਜੀ। ਨਾ ਤਿਸ ਰੂਪ ਨਾ ਰੇਖ, ਵਰਨ ਸਬਾਇਆ। ਬ੍ਰਹਮੇ ਦਾ ਤੇ ਰੂਪ ਸੀ, ਉਹਦੀ ਤਾਂ ਰੇਖ, ਉਹਦੀ ਤੇ ਸ਼ਕਲੋ ਸੂਰਤ ਸੀ। ਉਹਦੇ ਤੇ ਕਿਹਾ ਜਾਂਦਾ ਚਾਰ ਮੂੰਹ ਸੀ, ਚਤਰਮੁਖ ਡਾਂਬੜਾ ਸੀ ਉਹ। ਪਰ हे ਸੱਚੇ ਸਾਹਿਬ, ਨਾ ਤੇਰਾ ਰੂਪ ਨਾ ਤੇਰਾ ਰੇਖ। ਹਾਂਜੀ। ਨਾ ਤਿਸ ਭੁੱਖ ਪਿਆਸ, ਰੱਜਾ ਧਾਇਆ। ਨਾ ਉਹਨੂੰ ਭੁੱਖ, ਨਾ ਪਿਆਸ, ਰੱਜਾ ਧਾਇਆ। ਉਹ ਹਮੇਸ਼ਾ ਤ੍ਰਿਪਤ ਆ। ਉਹ ਮੁਤਾਜ ਨਹੀਂ ਆ ਕਿਸੇ ਦਾ, ਰੋਟੀ ਲਿਆਵੇ ਕੋਈ ਖਵਾਵੇ। ਉਹ ਮੁਤਾਜ ਥੋੜੀ ਹੈ ਕਿਸੇ ਦਾ, ਕਿਸੇ ਦਾ ਮੁਤਾਜ ਨਹੀਂ ਹੈ। ਹਾਂਜੀ। ਗੁਰ ਹੈ ਆਪ ਸਮੋਏ, ਸਭ ਸ਼ਬਦ ਵਰਤਾਇਆ। ਸੱਚੇ ਕੀ ਪਤਿਆਏ, ਸੱਚ ਸਮਾਇਆ। ਗੁਰ ਮਹਿ ਆਪ ਸਮੋਏ, ਉਹਨੇ ਆਪਣਾ ਆਪ ਗੁਰੂ ਚ ਸਮਾਇਆ ਆ। ਉਹਨੇ ਆਪਣਾ ਆਪ ਗੁਰੂ ਚ ਸਮਾਇਆ। ਇਸ ਵੇਲੇ ਸਾਡੇ ਗੁਰੂ ਕੌਣ ਨੇ? ਗੁਰੂ ਗ੍ਰੰਥ ਸਾਹਿਬ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਇਹ ਲਿਖਿਆ, ਪੋਥੀ ਪਰਮੇਸ਼ਰ ਕਾ ਥਾਨ। ਜਿੱਦਣ ਆਪਾਂ ਭਾਈ ਸੱਤਾ ਜੀ ਬਲਵੰਡ ਜੀ ਵਾਲੀ ਵਾਰ ਪੜ੍ਹਦੇ ਸੀ ਤੇ ਵੀਰ ਜੀ ਨੇ ਉਹਦੀ 7ਵੀਂ ਪੌੜੀ ਆਪਾਂ ਨੂੰ ਸਾਰਿਆਂ ਨੂੰ ਗਾ ਕੇ ਆਖਿਆ ਸੀ ਆਪਾਂ ਪੜ੍ਹੀਏ, ਤਾਂ ਆਪਾਂ ਸਾਰਿਆਂ ਨੇ ਪੜ੍ਹੀ ਸੀ ਤੇ ਤੁਹਾਨੂੰ ਸ਼ਾਇਦ ਉਹਦੇ 'ਚ ਬੋਲ ਯਾਦ ਹੋਣੇ ਆ। ਉਹਦੇ 'ਚ ਇੱਕ ਲਾਈਨ ਆ ਰਹੀ ਸੀ ਗੁਰੂ ਰਾਮਦਾਸ ਜੀ ਦੇ ਪਰਥਾਏ, ਜਦੋਂ ਆਪਾਂ ਬੋਲ ਸਤਿਕਾਰਯੋਗ ਭਾਈ ਸੱਤਾ ਜੀ ਦੇ ਉਹ ਪੜ੍ਹ ਰਹੇ ਸਾਂ, ਉਹਦੇ 'ਚ ਇੱਕ ਲਾਈਨ ਆ ਰਹੀ ਸੀ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਗੁਰੂ ਰਾਮਦਾਸ ਜੀ ਨੂੰ ਸਿੱਖਾਂ ਅਤੇ ਸੰਗਤਾਂ ਨੇ ਪਾਰ ਬ੍ਰਹਮ ਦਾ ਰੂਪ ਜਾਣ ਕੇ ਨਮਸਕਾਰ ਕੀਤੀ। ਤੇ ਗੁਰੂ ਰਾਮਦਾਸ ਜੀ ਦੀ ਜਗ੍ਹਾ ਤੇ ਹੁਣ ਕੌਣ ਨੇ? ਗੁਰੂ ਗ੍ਰੰਥ ਸਾਹਿਬ। ਕਰੀਏ ਨਾ ਮਹਿਸੂਸ ਅਸੀਂ। ਉੱਥੇ ਅਸੀਂ ਬੋਲ ਪੜੇ ਸੀ, ਨਾਨਕ ਤੂੰ ਲੈਣਾ ਤੂੰ ਹੈ, ਗੋਰੇ ਅਮਰ
ਤੂੰ ਵੀ ਚਾਰਿਆ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਕਹੀਏ ਨਾ, ਤੂੰ ਹੀ ਸਾਡਾ ਲਹਿਣਾ, ਤੂੰ ਹੀ ਸਾਡਾ ਨਾਨਕ, ਤੂੰ ਹੀ ਸਾਡਾ ਗੁਰੂ ਅਮਰਦਾਸ, ਤੂੰ ਹੀ ਸਾਡਾ ਗੁਰੂ ਗੋਬਿੰਦ ਸਿੰਘ, ਤੂੰ ਹੀ ਗੁਰੂ ਅਰਜਨ ਸਾਹਿਬ, ਤੂੰ ਹੀ ਆ ਸਾਡਾ। ਤੇ ਫਿਰ ਜਦੋਂ ਅਸੀਂ ਇਹ ਗੱਲ ਸਮਝਾਂਗੇ, ਫਿਰ ਸਾਨੂੰ ਉਹ ਪਤਾ ਲੱਗੇਗਾ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ। ਫਿਰ ਅਸੀਂ ਵੇਖੀਏ ਤੇ ਸਹੀ, ਕਰੀਏ ਨਾ ਦਰਸ਼ਨ ਜੀ। ਸ਼ਲੋਕ ਮਹਲਾ ਪਹਿਲਾ। ਵੈਦ ਬਨਾਇਆ ਵੈਦ ਕੀ, ਪਗੜ ਢੋਲੇ ਬਾਹ। ਭੋਲਾ ਵੈਦ ਨ ਜਾਣੇ, ਕਰਕ ਕਰੇ ਜੇ ਮਾਹੇ। ਵਾਹ ਵਾਹ। ਵੈਦ ਵਿਚਾਰਾ ਕੀ ਕਰੇ ਹੁਣ, ਕੀ ਕਰੇ ਵੈਦ? ਇਹੀ ਕਰ ਸਕਦਾ ਜੋ ਉਹਦੇ ਕੋਲ ਹੈਗਾ ਵਿਚਾਰੇ ਕੋਲ। ਅਸਲ 'ਚ ਜਦੋਂ ਅਸੀਂ ਵੈਦ ਬਾਰੇ ਇੱਥੇ ਵੇਖ ਲਿਆ ਨਾ, ਤਾਂ ਸਾਡਾ ਹੁਣ ਧਿਆਨ ਇੱਕਦਮ ਜਾਣਾ ਵੀ ਉਹ ਜਿਹੜੇ ਦੁਕਾਨ ਤੇ ਬੈਠਾ ਇੱਕ ਪਾਊਡਰ ਦੇਣ ਵਾਲਾ, ਤ੍ਰਿਫਲਾ ਦੇਣ ਵਾਲਾ, ਕਾਇਮ ਚੂਰਨ ਦੇਣ ਵਾਲਾ, ਸਾਡਾ ਧਿਆਨ ਉਧਰ ਨੂੰ ਚਲ ਜਾਣਾ। ਉਹਦਾ ਨਹੀਂ ਜ਼ਿਕਰ ਇੱਥੇ। ਇੱਥੇ ਜ਼ਿਕਰ ਉਹਨਾਂ ਦਾ ਆ ਜਿਹੜੇ ਸਮਾਜ ਵਿੱਚ ਧਰਮ ਦੇ ਵੈਦ ਬਣੇ ਬੈਠੇ ਆ। ਉਹਦਾ ਦੂਜਾ ਪਾਸਾ ਵੇਖਿਆ ਭਲਾ, ਮੇਰਾ ਵੈਦ ਗੁਰੂ ਗੋਬਿੰਦਾ। ਇੱਕ ਬੰਨੇ ਗੁਰੂ ਗੋਬਿੰਦ ਵੀ ਮੇਰਾ ਵੈਦ ਹੈ, ਪਰ ਦੂਜੇ ਪਾਸੇ ਕੁਛ ਉਹ ਵੀ ਵੈਦ ਹੈਗੇ ਜਿਹੜੇ ਵਿਚਾਰੇ ਪੀੜ ਕਿਤੇ ਆ, ਪੀੜ ਕਿਤੇ ਆ ਤੇ ਲੱਭਦੇ ਵਿਚਾਰੇ ਕਿਤੇੋਂ ਹੋ ਰਿਹਾ ਹੈ ਨਾ। ਦੁਖਦਾ ਆ ਸਿਰ ਤੇ, ਕਹਿੰਦੇ ਪੈਰਾਂ ਤੇ ਪਾਣੀ ਪਾਓ। ਇਹ ਕਿਹੋ ਜਿਹੀ ਵੈਦਗੀ ਆ? ਕੀੜੇ ਪੱਤਿਆਂ ਨੂੰ ਲੱਗੇ, ਉਹਨਾਂ ਲੋਕਾਂ ਨੂੰ ਮਿੱਟੀ ਫਰੋਲਣ ਲਾਇਆ ਹੋਇਆ। ਇਹ ਕਿਹੋ ਜਿਹੇ ਵਿਗਿਆਨੀ ਹੋਣਗੇ? ਬਿਮਾਰੀ ਕਿਤੇ ਹੋਰ ਹੈ, ਲਾਇਆ ਲੋਕਾਂ ਨੂੰ ਕਿਤੇ ਹੋਰ ਹੈ, ਲਾਇਆ ਕਿਤੇ ਹੋਰ ਹੈ, ਕਿਤੇ ਹੋਰ ਲਾਇਆ ਹੋਇਆ। ਤਾਈਓ ਇਲਾਜ ਨਹੀਂ ਨਾ ਹੋ ਰਿਹਾ ਸਾਧ ਸੰਗਤ ਜੀ, ਤਾਈਓ ਇਲਾਜ ਨਹੀਂ ਨਾ ਹੋ ਰਿਹਾ। ਭਾਈ ਗੁਰਦਾਸ ਜੀ ਨੇ ਵਿਆਖਿਆ ਕੀਤੀ, ਇਹਨਾਂ ਬੋਲਾਂ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੀਤੀ। ਤੇ ਅੱਜ ਦੇ ਦਿਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਸਤਿਗੁਰੂ ਜੀ ਦੀ ਬਾਣੀ ਦੀ ਮਹਾਨਤਾ ਦਾ ਦਿਨ ਆ, ਜਿੱਥੇ ਗੁਰੂ ਅਰਜਨ ਸਾਹਿਬ ਜੀ ਦੀਆਂ ਵਡਿਆਈਆਂ ਦਾ ਜ਼ਿਕਰ ਆ, ਉੱਥੇ ਗੁਰੂ ਪਿਆਰਿਓ, ਗੁਰੂ ਦੇ ਨਾਲ ਬਹਿ ਕੇ ਇੱਕ ਸਿੱਖ ਨੇ ਗੋਡੇ ਨਾਲ ਗੋਡਾ ਜੋੜ ਕੇ ਬਾਣੀ ਦੀ ਸੰਪਾਦਨਾ ਵੇਲੇ ਜਿਹੜਾ ਯੋਗਦਾਨ ਪਾਇਆ, ਤੇ ਜਿਹੜੀ ਉਹਦੀ ਵਿਦਵਤਾ ਆ, ਉਹ ਪਾਸੇ ਨਹੀਂ ਕੀਤੀ ਜਾ ਸਕਦੀ। ਉਸ ਭਾਈ ਗੁਰਦਾਸ ਨੇ ਜਿਨੇ ਅੱਖਰ ਅੱਖਰ ਸਤਿਗੁਰੂ ਦੀ ਬਾਣੀ ਦਾ ਆਪ ਲਿਖਿਆ ਥੀ, ਸੁਣ ਸੁਣ ਕੇ, ਵੇਖ ਵੇਖ ਕੇ, ਸਤਿਗੁਰੂ ਜੀ ਨਾਲ ਸਲਾਹਾਂ ਕਰ ਕਰਕੇ। ਔਰ ਜੇ ਦੁਨਿਆਵੀ ਰਿਸ਼ਤਾ ਵੇਖਣਾ ਹੈ ਤੇ ਦੁਨਿਆਵੀ ਰਿਸ਼ਤਾ ਪਤਾ ਕੀ ਹੈ? ਗੁਰੂ ਅਰਜਨ ਸਾਹਿਬ ਤੇ ਭਾਈ ਗੁਰਦਾਸ ਜੀ ਦਾ ਮਾਮੇ ਭਾਣਜੇ ਦਾ। ਬੀਬੀ ਭਾਨੀ ਜੀ ਦੇ ਚਾਚੇ ਤਾਏ ਦਾ ਪੁੱਤ ਆ ਉਹ, ਗੁਰੂ ਅਮਰਦਾਸ ਜੀ ਦਾ ਭਤੀਜਾ ਆ। ਔਰ ਅੱਜ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਰਿਸ਼ਤੇ 'ਚ ਵੱਡਾ, ਉਮਰ 'ਚ ਵੱਡਾ, ਔਰ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ, ਮਹਾਰਾਜ ਕੀ ਹੁਕਮ ਹੈ ਤੁਹਾਡਾ? ਗੁਰੂ ਅਰਜਨ ਸਾਹਿਬ ਕਹਿੰਦੇ, ਭਾਈ ਗੁਰਦਾਸ ਇਸ ਸ਼ਬਦ ਨੂੰ ਇਸ ਰਾਗ ਵਿੱਚ ਇੱਥੇ ਲਿਖਣਾ ਆ। ਜੀ ਹਜ਼ੂਰ, ਜਿੱਦਾਂ ਕਹੋ, ਜੋ ਆਖੋ। ਕਮਾਲ ਹੈ, ਉਮਰ 'ਚ ਵੱਡਾ, ਰਿਸ਼ਤੇ 'ਚ ਵੱਡਾ। ਉਸ ਭਾਈ ਗੁਰਦਾਸ ਨੇ ਇਹਨਾਂ ਬੋਲਾਂ ਦੀ ਵਿਆਖਿਆ ਆਪਣੇ ਪੌੜੀਆਂ 'ਚ ਕੀਤੀ ਤੇ ਆਖਣ ਲੱਗੇ, ਮਾਨਸ ਰੋਗੀ ਹੋਏ ਕੈ ਫਿਰਦਾ ਬਾਲੇ ਵੈਦ ਪੁਛੰਦਾ। ਮਾਨਸ ਰੋਗੀ ਹੋ ਕੇ ਬਹੁਤ ਸਾਰਿਆਂ ਵੈਦਾਂ ਦੇ ਕੋਲ ਭੱਜਾ ਫਿਰਦਾ।
ਬਾਬਾ ਜੀ ਮਨ ਨਹੀਂ ਟਿਕਦਾ, ਬਾਬਾ ਜੀ ਕਰੇ ਕਲੇਸ਼ ਆ, ਬਾਬਾ ਜੀ ਕਾਰੋਬਾਰ ਰੁਕ ਗਿਆ, ਬਾਬਾ ਜੀ ਮੁੰਡਾ ਆਖੇ ਨਹੀਂ ਲੱਗਦਾ, ਬਾਬਾ ਜੀ ਨੌ ਏਦਾਂ ਕਰਦੀ, ਬਾਬਾ ਜੀ ਆਹ ਹੋ ਗਿਆ, ਆਹ ਹੋ ਗਿਆ। ਬਹੁਤ ਸਾਰੇ ਵੈਦਾਂ ਦੇ ਕੋਲ ਭੱਜਾ ਫਿਰਦਾ। ਤੇ ਫਿਰ ਅਗਲੀ ਲਾਈਨ 'ਚ ਪਤਾ ਕੀ ਕਹਿੰਦੇ ਆ? ਰੋਗ ਹੋਰ दारू ਹੋਰ ਹੋਏ ਪਚਾਇੜ ਦੁੱਖ ਸਹੰਦਾ। ਬਿਮਾਰੀ ਕੋਈ ਹੋਰ ਆ, ਦਵਾਈ ਕੋਈ ਹੋਰ ਦਿੱਤੀ ਜਾ ਰਹੀ ਆ, ਇਹ ਰੋਗ ਵਿਗੜ ਜਾਣਾ ਆ, ਇਹ ਰੋਗ ਵਿਗੜ ਜਾਣਾ। ਇੱਕ ਬੇਨਤੀ ਹੋਰ ਕਰਦਾ, ਮੈਂ ਇਸ ਤੋਂ ਮਨਾ ਨਹੀਂ ਕਰਦਾ। ਅਸੀਂ ਅਰਦਾਸਾਂ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਘਰੇ ਸੁੱਖ ਸ਼ਾਂਤੀ ਹੋਵੇ, ਠੀਕ ਹੈ। ਮਹਾਰਾਜ ਸਾਡੇ ਪੁੱਤਰ ਧੀ ਨੂੰ ਵਿਦਿਆ ਦਾ ਦਾਨ ਬਖਸ਼ੋ, ਕਾਰੋਬਾਰਾਂ 'ਚ ਵਾਧੇ ਬਖਸ਼ੋ, ਠੀਕ ਹੈ ਜੀ। ਹੁੰਦੀਆਂ ਨਾ ਅਰਦਾਸਾਂ, ਅਸੀਂ ਕਰਵਾਉਂਦੇ ਹਾਂ। ਮੈਂ ਬੇਨਤੀ ਕਰਦਾ ਕਿ ਮੈਂ ਇਹ ਤੋਂ ਮਨਾ ਨਹੀਂ ਕਰ ਰਿਹਾ। ਪਹਿਲੀ ਗੱਲ ਮੈਂ ਨਾਲ ਹੀ ਕਹਿਦਾ, ਮੈਂ ਮਨਾ ਨਹੀਂ ਕਰ ਰਿਹਾ। ਮੈਂ ਇਹ ਕਹਿ ਰਿਹਾ, ਜਦੋਂ ਅਸੀਂ ਡਾਕਟਰ ਕੋਲ ਗਏ, ਆਪਣੀ ਮੁਸ਼ਕਲ ਦੱਸੀ, ਛੇਕ ਜਿਹਾ ਨਿਕਲਦਾ ਹੈ, ਹੱਡ ਜੇ ਦੁਖਦੇ ਆ, ਮਾੜੀ ਮਾੜੀ ਖੰਘ ਆਉਂਦੀ ਆ, ਹੈ ਨਾ, ਉਹ ਤੁਰੰਤ ਕੁਝ ਗੱਲਾਂ ਕਹਿੰਦਾ ਤੇ ਨਾਲ ਕਹਿੰਦਾ ਇੰਜ ਕਰੀਏ ਆਪਾਂ ਨਾ ਰਿਪੋਰਟ ਕਰਾ ਲਈਏ। ਟੈਸਟ ਲਿਖ ਦਿੱਤਾ, ਲੈਬ ਤੇ ਗਏ ਟੈਸਟ ਵਾਸਤੇ। ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਰਿਪੋਰਟ ਆਵੇ। ਰਿਪੋਰਟ ਆਈ, ਫਿਰ ਡਾਕਟਰ ਦੇ ਇੰਤਜ਼ਾਰ ਕਰ ਰਹੇ ਹਾਂ, ਡਾਕਟਰ ਹੁਣ ਇਹਨੂੰ ਪੜ੍ਹ ਲਵੇ, ਵੇਖ ਲਵੇ ਤੇ ਦੱਸੇ ਕੁਛ। ਅਸੀਂ ਬਿਮਾਰੀ ਦੱਸ ਕੇ ਘਰ ਨੂੰ ਥੋੜੀ ਭੱਜ ਆਏ ਆ ਵੀ ਮਹਾਰਾਜ ਜੀ ਬਾਬਾ ਜੀ ਸਾਡਾ ਤਾਂ ਜੀ ਸਾੜ ਜਿਹਾ ਪੈਂਦਾ ਜੀ, ਸਾਡੇ ਤਾਂ ਹੱਡ ਪੈਰ ਜੇ ਦੁਖਦੇ ਆ ਜੀ, ਸਿਰ ਦੁਖਣੋਂ ਨਹੀਂ ਹਟਦਾ ਜੀ, ਸਾਡੇ ਤਾਂ ਇਦਾਂ ਹੋ ਰਿਹਾ ਜੀ, ਖੰਘ ਆਉਂਦੀ ਆ ਜੀ। ਅਸੀਂ ਦੱਸ ਕੇ ਭੱਜ ਥੋੜੀ ਆਏ ਆ। ਅਸੀਂ ਦਵਾਈ ਲਈ ਨਾਲ ਪਰਹੇਜ਼, ਨਾਲ ਸਾਰਾ ਕੁਝ ਉਹਦੇ ਕੋਲ ਸੁਣ ਕੇ ਪੁੱਛ ਕੇ ਆਏ ਆ। ਉਹਨੇ ਸਾਰਾ ਕੁਝ ਦੱਸਿਆ, ਇਦਾਂ 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 ਕਰਨਾ, ਆ ਸਾਰੀ ਦਵਾਈ ਇਦਾਂ ਇਦਾਂ ਖਾਣੀ ਆ ਚੀਜ਼ਾਂ ਦਾ ਧਿਆਨ ਰੱਖੋ। ਬਿਮਾਰੀ ਚੋਂ ਨਿਕਲਣ ਦਾ ਇਹੋ ਹੀ ਢੰਗ ਹੈ ਨਾ। ਤੇ ਗੁਰੂ ਅੱਗੇ ਆ ਕੇ ਆਖਿਆ, ਸੱਚੇ ਪਾਤਸ਼ਾਹ ਸਾਡੇ ਘਰੇ ਸੁੱਖ ਸ਼ਾਂਤੀ ਬਖਸ਼ੋ। ਮਹਾਰਾਜ ਕਹਿੰਦੇ ਬੜਾ ਵੱਡਾ ਰੋਗ ਆ, 1 ਮਿੰਟ ਦਾ ਨਹੀਂ ਹੱਲ ਹੋਣਾ, ਬਹਿਣਾ ਪੈਣਾ ਹੈਗਾ, ਟਾਈਮ ਤੇ ਬਹਿ, ਫਿਰ ਤੈਨੂੰ ਦੱਸਾਂ ਵੀ ਕਿੱਦਾਂ ਸ਼ਾਂਤੀ ਆਊਗੀ। ਹੁਣ ਅਸੀਂ ਕਹਿੰਦੇ ਵੀ ਮਹਾਰਾਜ 2500 ਰੁਪਈਆ ਹੋਰ ਲੈ ਲਓ ਤੁਸੀਂ, ਅਸੀਂ ਇੱਥੇ ਦੇ ਜਾਂਦੇ ਆ। ਤੇ ਸਾਡੇ ਐ ਕਰਿਓ ਵੀ ਤੁਸੀਂ ਨਾਂ ਦੀ ਅਰਦਾਸ ਕਰ ਦਿਓ, ਪਾਠ ਕਰ ਦਿਓ, ਸਰੋਪੇ ਵਾਲੇ ਦਿਨ ਅਸੀਂ ਆਵਾਂਗੇ, ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ। ਮਹਾਰਾਜ ਕਹਿੰਦੇ ਠੀਕ ਹੈ। ਵਿਦਿਆ ਦਾ ਦਾਨ ਬਖਸ਼ੋ। ਮਹਾਰਾਜ ਕਹਿੰਦੇ ਠੀਕ ਹੈ, ਬਹਿ ਜਾ। ਵਿਦਿਆ ਤਾਂ ਆਵੇ, ਪਰ ਕੀ ਕਰਨਾ ਕੀ ਆ ਵਿਦਿਆ ਨਾਲ, ਉਹ ਵੀ ਤੇ ਸੁਣਨਾ ਹੋਣਾ। ਬੋਲੋ ਭਾਈ, ਮਨਾ ਤਾਂ ਨਹੀਂ ਨਾ ਕੀਤਾ। ਵਿਦਿਆ ਤੇ ਆਵੇ, ਪਰ ਵਿਦਿਆ ਨਾਲ ਕਰਨਾ ਕੀ ਆ। ਸੱਚੇ ਪਾਤਸ਼ਾਹ ਕਾਰੋਬਾਰਾਂ 'ਚ ਵਾਧੇ ਬਖਸ਼ੋ। ਮਹਾਰਾਜ ਕਹਿੰਦੇ ਠੀਕ ਆ, ਬਹਿ ਜਾ। ਇੰਨਾ ਸਾਡੇ ਕੋਲ ਟਾਈਮ ਨਹੀਂ ਹੈਗਾ, ਇੰਨਾ ਸਾਡੇ ਕੋਲ। ਫਿਰ ਉਹ ਪੌੜੀ ਇੱਕ ਯਾਦ ਕਰ ਲਈਏ ਤੇ ਫਿਰ ਅਸੀਂ ਅੱਗੇ ਪਾਠ ਵੱਲ ਤੁਰਦੇ ਹਾਂ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੈ ਸੱਚ ਵਰਤਦਾ। ਬੋਲੋ ਤੁਸੀਂ ਵੀ, ਅਜੇ ਆਪਣੀ ਇੱਕ ਵਾਰ ਰਹਿੰਦੀ ਹੈ। ਜੇ ਇੱਥੇ ਇੰਨੀ ਕੁ ਵਿਚਾਰ ਦੇ ਉੱਤੇ ਆਪਾਂ ਕੋਈ ਨਾਰਾਜ਼ਗੀ ਰੱਖ ਕੇ ਕੱਲ ਨੂੰ ਅਸੀਂ ਇਕੱਲੇ ਰਹਿ ਗਏ, ਫਿਰ ਕੀ ਬਣੂਗਾ? ਬੋਲੋ ਤੁਸੀਂ ਵੀ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਿਗੁਰ ਪਾਸ, ਉਥੈ ਸੱਚ ਵਰਤਦਾ। ਕੂੜਿਆਰਾਂ ਚਿੱਤ ਉਦਾਸ ਹੋਏ, ਵਾਲ ਛਲ ਕਰ ਝੱਤ ਕੱਢਦੇ। ਬਹਾਨੇ ਬੁਨੇ ਜੇ ਬਣਾ ਕੇ ਟਾਈਮ ਜਿਹਾ ਕੱਢ ਲੈਂਦੇ ਵਿਚਾਰੇ। ਫਿਰ ਜਾਏ ਬਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ। ਸੱਚ ਦੇ ਵਿੱਚ ਕੂੜ ਰਲ ਨਹੀਂ ਸਕਦਾ। ਮਨ ਵੇਖੋ ਕੋ ਨਿਰਜਾਸ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਗੁਰੂ ਨੇ ਆਖਿਆ ਬਹਿ ਜਾ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਤੇ ਕੂੜਿਆਰ
ਅਸੀਂ ਆਖਿਆ ਮਹਾਰਾਜ ਅੱਜ 10 ਕੁ ਮਿੰਟ ਸਮਝਾਓ। 10 ਮਿੰਟ ਅੱਜ ਸਮਝੇ, 10 ਕੱਲ ਸਮਝੇ। ਬਹਿਣਾ ਪੈਣਾ, ਥੋੜਾ ਨਾ ਸਮਾਂ ਸਾਡੇ ਕੋਲ। ਮਹਾਰਾਜ ਇਹ ਵੀ ਨਹੀਂ ਕਹਿੰਦੇ 2-3 ਘੰਟੇ ਇੱਥੇ ਲਾ ਜਾ ਤੇ ਜਵਾਕ ਭੁੱਖੇ ਰਹਿਣ ਤੇਰੇ, ਨਾ ਨਾ ਨਾ, ਐਸਾ ਕਹਿੰਦੇ ਚੱਲ ਕੋਈ ਨਹੀਂ 10 ਮਿੰਟ ਹੈ ਨਾ ਬਹਿ, ਅੱਜ ਦਾ ਥੋੜਾ ਜਿਹਾ ਇੰਨਾ ਵੇਖੀਏ, ਕੱਲ ਫਿਰ ਅੱਗੇ ਵੇਖਾਂਗੇ, ਪਰਸੋਂ ਵੇਖਾਂਗੇ। ਟਾਈਮ ਲੱਗੂਗਾ, ਰੋਗ ਪੱਕਾ ਹਟ ਜਾਊਗਾ, ਰੋਗ ਪੱਕਾ ਹਟ ਜਾਊਗਾ, ਮਸਲਾ ਹੱਲ ਹੋ ਜਾਊਗਾ। ਪਰ ਬੱਚਿਆ ਬਹਿਣਾ ਪੈਣਾ, ਬੱਚਿਆ ਬਹਿਣਾ ਪੈਣਾ। ਆਨੰਦ ਸੁਣੋ ਵਡਭਾਗਿਓ। ਰੋਜ਼ ਪੜ੍ਹੀ ਜਾਂਦੇ, ਸਾਡਾ ਧਿਆਨ ਜਦੋਂ ਇਹ ਪੌੜੀਆਂ ਅਸੀਂ ਪੜ੍ਹ ਰਹੇ ਹੁੰਦੇ, ਸਾਡਾ ਧਿਆਨ ਸ਼ਾਇਦ ਕੜਾਹ ਵੱਲ ਚਲੇ ਜਾਂਦਾ ਵੀ ਹੁਣ ਤਾਂ ਭੋਗ ਪੈਣ ਲੱਗਾ, ਹਨਾ। ਨਹੀਂ ਨਹੀਂ, ਵੇਖੋ ਸੁਣੋ, ਅਸੀਂ ਪੜ੍ਹ ਕੀ ਰਹੇ ਹਾਂ। ਆਨੰਦ ਸੁਣੋ ਵਡਭਾਗਿਓ। 39 ਪੌੜੀਆਂ ਦਾ ਪੂਰੀ ਆਨੰਦ ਬਾਣੀ ਦਾ ਨਿਚੋੜ ਸਤਿਗੁਰੂ ਨੇ ਲਿਆਂਦਾ। ਆਨੰਦ ਸੁਣੋ ਵਡਭਾਗਿਓ, ਸਗਲ ਮਨੋਰਥ ਪੂਰੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਦੇਖੋ ਸਗਲ ਮਨੋਰਥ, ਅਸੀਂ ਆਪਣਾ ਮਨੋਰਥ ਲੈ ਕੇ ਬਹਿ ਗਏ। ਮੇਰੇ ਤੇ ਮੈਂ ਸੋਚਿਆ ਕਿ ਮਹਾਰਾਜ ਨੂੰ, ਸੱਚੇ ਪਾਤਸ਼ਾਹ ਨੂੰ ਆਖਿਆ, ਮਹਾਰਾਜ ਮੇਰੀ ਜੇਬ 'ਚ 10,000 ਰੁਪਇਆ ਰੋਜ਼ ਰਿਹਾ ਕਰੇ, ਮੇਰੇ ਤੇ 500 ਤੋਂ ਵਧਿਆ ਹੀ ਨਹੀਂ, ਮੇਰਾ ਤਾਂ ਮਨੋਰਥ ਪੂਰਾ ਹੀ ਨਹੀਂ ਹੋਇਆ। ਮਹਾਰਾਜ ਕਹਿੰਦੇ ਤੂੰ ਮਨੋਰਥ ਇਹ ਥੋੜਾ ਕੀਤਾ ਸੀ। ਜਦੋਂ ਆਨੰਦ ਸਾਹਿਬ ਸ਼ੁਰੂ ਹੋਇਆ ਸੀ, ਮਨੋਰਥ ਗਿਣਨੇ ਸ਼ੁਰੂ ਕਰ। ਕਿਹੜੇ ਮਨੋਰਥ ਕੀਤੇ ਸੀ? ਸਗਲ ਮਨੋਰਥ ਪੂਰੇ। ਮਨੋਰਥ ਕੀਤੇ ਤੂੰ ਕਿਹੜੇ ਸੀ? ਪਹਿਲਾ ਮਨੋਰਥ, ਇਹ ਮਨ ਮੇਰਿਆ ਸਦਾ ਰਹੋ ਹਰ ਨਾਲੇ। ਮੇਰਿਆ ਮਨਾ ਰੱਬ ਨਾਲ ਰਿਹਾ ਕਰ। ਕੀਤਾ ਸੀ ਮਨੋਰਥ ਕਿ ਨਹੀਂ? ਮਨੋਰਥ ਕੀਤਾ ਸੀ। ਅਸੀਂ ਆਖਿਆ ਸੀ ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ। ਅਸੀਂ ਉਹਦੇ ਨਾਲ ਮਨੋਰਥ ਕੀਤਾ ਸੀ। ਅਸੀਂ ਮਨੋਰਥ ਕੀਤਾ ਸੀ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਕਹਾਣੀਆਂ ਕਰੀਏ, ਆਓ ਸੰਤ ਪਿਆਰਿਓ, ਗੁਰੂ ਦੇ ਪਿਆਰਿਓ, ਆਓ ਇਕੱਠੇ ਹੋਈਏ। ਇਹ ਮਨੋਰਥ ਕੀਤੇ ਗਏ ਸੀ। ਕੀਤੇ ਹੀ ਕਿ ਨਹੀਂ ਕੀਤੇ? ਯਾਦ ਹੀ ਨਹੀਂ ਹੋਣਾ। ਇਹ ਸ਼ਰਮਣੋ ਮੇਰਿਓ, ਇਹ ਨੇਤਰੋ ਮੇਰਿਓ, ਇਹ ਸਰੀਰਾ ਮੇਰਿਆ, ਇਹ ਸਾਰੇ ਮਨੋਰਥ ਕੀਤੇ ਗਏ ਸੀ। ਔਰ 40 ਨੰਬਰ ਤੇ ਲਿਆ ਕੇ ਮਹਾਰਾਜ ਨੇ ਉਹਦਾ ਸਿੱਟਾ ਕੱਢਿਆ। ਆਖਿਆ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸਾਰੇ ਵਿਸੂਰੇ, ਆ ਜਿਹੜੀ ਝੂਰ ਲੱਗਾ ਹੋਇਆ ਸੀ ਨਾ, ਝੂਰਨਾ, ਹਰ ਵਕਤ ਝੂਰੀ ਜਾਂਦੇ ਸੀ, ਮੁੱਕ ਗਿਆ ਕੰਮ। ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਗਰੰਟੀ ਨਾਲ ਆਖਿਆ ਉਤਰ ਗਏ। ਇਹ ਨਹੀਂ ਆਖਿਆ ਉਤਰ ਜਾਣਗੇ, ਕਹਿੰਦੇ ਉਤਰੇ, ਹੋ ਗਿਆ ਕੰਮ। ਪਰ ਪਹਿਲੀ ਪੌੜੀ ਤੋਂ ਬਾਅਦ ਨਹੀਂ ਇਹ ਦਰਜ ਕੀਤਾ। ਉਹਦੇ ਚ ਵੇਖੋ ਕਿੰਨਾ ਲੰਬਾ ਸਾਰਾ ਪ੍ਰੋਸੈਸ ਕੀਤਾ ਗਿਆ। 40 ਨੰਬਰ ਪੌੜੀ ਤੇ ਆ ਕੇ ਆਖਿਆ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੁਣਨੀ ਪੈਣੀ ਆ ਪਿਆਰਿਓ, ਸੁਣਨੀ ਪੈਣੀ ਆ, ਫਿਰ ਗੱਲ ਬਣੂਗੀ। ਮਹਾਰਾਜ ਕਹਿੰਦੇ ਨੇ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ। ਉਹ ਵਿਚਾਰਾ ਬਾਂਹ ਟਟੋਲ ਕੇ ਦੇਖ ਰਿਹਾ, ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਅੱਗੇ ਫਿਰ ਦੂਜੇ ਪਾਤਸ਼ਾਹ ਨੇ ਸ਼ਲੋਕ ਵੀ ਰਚਿਆ। ਹਾਂਜੀ, ਮਹਲਾ ਦੂਜਾ, ਵੈਦਾ ਵੈਦ ਸਵੈਦ ਤੂੰ, ਪਹਿਲਾ ਰੋਗ ਪਛਾਣ। ਹੇ ਵੈਦ, ਤੂੰ ਚੰਗਾ ਵੈਦ ਅਖਵਾ ਸਕਦਾ ਆ। ਪਤਾ ਕਿੱਦਾਂ? ਪਹਿਲਾਂ ਰੋਗ ਪਛਾਣ। ਪਹਿਲਾਂ ਰੋਗ ਤੇ ਪਛਾਣ ਲਾ ਨਾ, ਐਵੇਂ ਪੁੜੀਆਂ ਚੁੱਕ ਚੁੱਕ ਫੜਾਈ ਜਾਣਾ, ਆਹ ਖਾ ਲਾ, ਆਹ ਖਾ ਲਾ, ਆਹ ਖਾ ਲਾ। ਰੋਗ ਲੱਭ ਕਿੱਥੇ ਆ? ਤੇ ਹੁਣ ਰੋਗ ਲੱਭਣ ਲਈ ਫਿਰ ਕੀ ਕਰਨਾ ਪਊ? ਕੁਛ ਪੁੱਛ ਪਛਾ ਕੇ ਜਾਣਕਾਰੀ ਤੇ ਬਾਕੀ ਰਿਪੋਰਟ ਚੋਂ।
ਟੈਸਟ ਵਿੱਚੋਂ ਕੱਢ ਲੈਂਦੇ ਨਾ, ਡੇਂਗੂ ਆ, ਟਾਈਫਾਈਡ ਆ, ਵਾਇਰਲ ਆ, ਕੱਢ ਲੈਂਦੇ ਆ ਨਾ। ਟੈਸਟ ਤਾਂ ਫਿਰ ਹੋਊਗਾ ਪੱਕਾ, ਟੈਸਟ ਤਾਂ ਮਹਾਰਾਜ ਕਰ ਲੈਂਦੇ ਆ। ਉਗੜ ਗਿਆ ਜੈਸਾ ਖੋਟਾ ਢਬੂਆ, ਜਦ ਨਦਰ ਸਰਾਫਾਂ ਆਇਆ। ਗੁਰੂ ਟੈਸਟ ਤਾਂ ਕਰ ਲੈਂਦਾ, ਤੇ ਟੈਸਟ ਚੋਂ ਹੀ ਬਿਮਾਰੀ ਨਿਕਲਣੀ ਹੈ। ਤੇ ਜਿਹੜੀ ਬਿਮਾਰੀ ਟੈਸਟ ਚੋਂ ਨਿਕਲਣੀ ਆ, ਪਹਿਲਾਂ ਟੈਸਟ ਹੋਏਗਾ, ਫਿਰ ਉਹ ਟੈਸਟ ਦੇ ਵਿੱਚੋਂ ਪਛਾਣ ਹੋਏਗੀ, ਪਛਾਣ ਹੋ ਕੇ ਫਿਰ ਦਵਾਈ ਚੱਲੇਗੀ, ਪਰਹੇਜ਼ ਹੋਏਗਾ, ਮਸਲਾ ਕਾਮਯਾਬ ਹੋਏਗਾ। ਔਰ ਇਹ ਪੱਕੀ ਗੱਲ ਆ, ਦੁਨੀਆ ਦੇ ਵੈਦ, ਦੁਨੀਆ ਦੇ ਡਾਕਟਰ ਨਬਜ਼ਾਂ ਫੜੀਆਂ ਹੱਥ 'ਚ ਰਹਿ ਜਾਂਦੀਆਂ, ਮਰੀਜ਼ ਮਰ ਜਾਂਦਾ। ਜਿੱਦਣ ਇਹਨੂੰ ਬਾਂਹ ਫੜਾਈ, ਮਰਨ ਨਹੀਂ ਦਿੰਦਾ। ਉਹ ਦਿਨ ਸਦ ਜੀਵਨ ਹੋਏ ਵਾਲੀ ਕਹਾਣੀ ਆ ਜਾਏਗੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇੱਥੇ ਤੱਕ ਆਏਗੀ ਕਹਾਣੀ, ਫਿਰ ਡਿੱਗਣ ਨਹੀਂ ਦਿੰਦਾ, ਡੋਲਣ ਨਹੀਂ ਦਿੰਦਾ। ਤੇ ਆਓ ਅਸੀਂ ਕੋਸ਼ਿਸ਼ ਕਰੀਏ, ਕੁਛ ਨਹੀਂ ਵਿਗੜਿਆ। ਜਿਹੜਾ ਥੋੜਾ ਬਹੁਤਾ ਕਿਤੇ ਖਰਾਬੀ ਗਲਤੀ ਕਿਤੇ ਲੱਗਦੀ ਆ, ਹੋ ਜਾਏਗੀ, ਇਹ ਵੀ ਠੀਕ, ਕੋਈ ਨਹੀਂਗਾ। ਪਰਹੇਜ ਦੱਸਿਆ ਉਹਨੇ ਵੀ ਮਿੱਠੇ ਨੂੰ ਮੂੰਹ ਨਹੀਂ ਮਾਰਨਾ, ਤੇ ਪਰ ਕਦੀ ਕਦੀ ਜੇ ਸ਼ੱਕਰ ਪਾਰੇ ਖਾਦੇ ਵੀ ਜਾਂਦੇ ਇੱਕ ਦੋ, ਤਾਂ ਕੋਈ ਗੱਲ ਨਹੀਂ, ਹਟ ਜਾਣਗੇ, ਇਹ ਵੀ ਹਟ ਜਾਣੇ ਆ। ਡਾਕਟਰ ਨਾਲ ਰਾਬਤਾ ਵੱਧ ਰਿਹਾ ਨਾ, ਵਿਸ਼ਵਾਸ ਵੱਧ ਰਿਹਾ, ਹਟ ਜਾਣਾ, ਇਹ ਵੀ ਹਟ ਜਾਣਾ, ਕੋਈ ਨਹੀਂਗਾ, ਘਟ ਜਾਣਾ ਇਹ ਵੀ। ਸੁਖੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ ਹੈ, ਰਸ ਹਟ ਜਾਣਗੇ, ਕੁਛ ਨਹੀਂ ਹੁੰਦਾ। ਹਾਂਜੀ, ਐਸਾ ਦਾਰੂ ਲੋੜ ਲੋ ਜਿਤ ਵੰਜੈ ਰੋਗਾਂ ਕਾਣਾ, ਜਿਤ ਦਾਰੂ ਰੋਗ ਉਠਿਆ ਤਨ ਸੁਖ ਵਸੈ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਪੌੜੀ ਬ੍ਰਹਮਾ ਵਿਸ਼ਨੂੰ ਮਹੇਸ਼ ਦੇਵ ਉਪਾਇਆ, ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। 10 ਅਵਤਾਰੀ ਰਾਮ ਰਾਜਾ ਆਇਆ, ਦੈਂਤਾ ਮਾਰੇ ਧਾਏ ਹੁਕਮ ਸਵਾਇਆ। ਈਸ ਮਹੇਸ਼ਰ ਸੇਵਾ ਤਿਨੀ ਅੰਤ ਨਾ ਪਾਇਆ, ਸੱਚੀ ਕੀਮਤ ਪਾਏ ਤਖਤ ਰਜਾਇਆ। ਦੁਨੀਆ ਧੰਦੇ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਧੁਰੋਂ ਫਰਮਾਇਆ। ਸਲੋਕ ਮਹਲਾ ਦੂਜਾ, ਸਾਹਮਣੇ ਆਇਆ ਤੇ ਸਖੀ ਕੰਤੇ ਚਿਤ ਕਰੇ। ਨਾਨਕ ਝੂੜ ਮਰੈਂਦੋ ਭਾਗਣੀ, ਜਿੰਨਾ ਅਵਰੀ ਲੱਗਾ ਨੇ। ਜਿਨ ਨਾਨਕ ਝੂੜ ਮਰੈਂਦੋ ਭਾਗਣੀ, ਜਿਨ ਅਵਰੀ ਲੱਗਾ ਨੇ। ਮਹਲਾ ਦੂਜਾ, ਸਾਹਮਣੇ ਆਇਆ ਹੈ ਸਖੀ ਜਲ ਹਰ ਦਰਸ਼ਨ ਹਾਰ। ਨਾਨਕ ਸੁਖ ਸਵਨ ਸੁਹਾਗਣੀ, ਜਿਨ ਸ਼ਹ ਨਾਲ ਪਿਆਰ। ਪੌੜੀ ਆਪੇ ਛਿੰਝ ਪਵਾਏ ਮੱਲਾ ਖੜਾ ਰਜਿਆ, ਲੱਥੇ ਭੜਥੂ ਪਾਏ ਲੱਥੇ ਭੜਥੂ ਪਾਏ। ਗੁਰਮੁਖ ਮੱਜਿਆ ਮਨੁਖ ਮਾਰੇ ਵਿਛਾੜ, ਮੂਰਖ ਕੱਜਿਆ ਆਪ ਪਿੜੈ ਮਾਰੇ। ਆਪ ਕਾਰਜ ਰਚਿਆ, ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ। ਹੁਕਮੀ ਲਿਖੈ ਸਿਰ ਲੇਖ, ਵਿਣ ਕਲਮ ਮਸਵਾਣੀਐ। ਸਤ ਸੰਗਤ ਮੇਲਾਪ, ਜਿਥੈ ਹਰ ਗੁਣ ਸਦਾ ਵਖਾਣੀਐ। ਨਾਨਕ ਸੱਚਾ ਸ਼ਬਦ ਸਲਾਹ, ਸੱਚ ਪਛਾਣੀਐ। ਸਲੋਕ ਮਹਲਾ ਤੀਜਾ, ਪੂਨਮ ਪੂਨਮ ਆਇਆ। ਅਬ
अवर करिंदा वंदना, क्या जाना किस साध स्यों, केव रहसी रंग रहसी केव रहसी रंग, रंग रहया तिन कामणी, जिन मन भौ भाव होए, नानक पह पाए बाहरी, तिन तन सुख ना होए। महला तीजा। ऊन ऊन आया वरसै नीर निपग, निपंग ऊनव ऊनव आया वरसै नीर निपंग, नानक दुख लगा तिन कामणी, जिन कंते स्यो मन भंग। पौड़ी दोवें तरफा निपुआए, एक वरदया वेद बाणी वर्ताए, अंतरवाद करतया पर विरत निर्विरत हाथा दोवें पर विरत निर्विरत हाथा दोवें, विच धर्म फिरे वारिया, मनुख कच्चे कूड़ियार, तिनी मिंजो दरगा हारिया। बिल्कुल गुरमति शब्द सूर है, काम क्रोध जिनी मारिया, सच्चे अंदर महल शब्द सवारिया, से भगत तुद पामदे, सच्चे नाय प्यारिया, सतगुर सेवन अपना, तिना विटो हो वारिया। श्लोक महला तीजा। श्लोक महला तीजा। उनव उनवाया वरसा लाए सोई, नानक पाया चया कंत का, सो माणे सरली महला तीजा। क्या उठ उठ देखे, क्या उठ उठ देखो बपुड़े, इसमें क्या हक किछ नाही, जिन ए मेद बैठाया, तिस राखो मन माही, तिसनो मन बसाएसी, जाको नदर करे, नानक नगरी बाहरी, सब करन भला करे। पौड़ी सो हर सदा से मिला, जिस करत न लागा भार, आढ़ानी आकाश कर, खिन बैठा सारन हार, आपे जगदू पाए क्या, कुदरत करे विचार, मन मुख अकाले खामिया, होती होवा मार, गुरुमुख पद से खान निपड़ा, बख्शे सिबत पंडार, ओथा हाथ ना पड़ा, ऊक ना सुनिया पुकार, ओथा सतगुर गई होवा, काटे अंती वार, इना जनता ना और सेवा नहीं, सतगुर सिर करतार। श्लोक पहला तीजा। बाबिया जिसनो तू पुकारदा, तिसनो लोचा सब कोए, अपनी कृपा करके बससी, वाण तृण हया होए, गुर बैसाखी पाइया, विरला बुझा कोए, बैद्या हृदया नित्य सदा सदा सुख होए, नानक अमृत सर ही
देवा हर सोए पहला तीजा कल बल हुई पीतनी अरदास करे बुलाए सच्चा सुया कन दे तीरथ देवा सहज सुभाए इंद्रा पुरमाया उठा शबर लाए आन तान पदे भूतना कीमत कहन न जाए नानक नाम सला तुम सबना जुना दिनदार जित संभाए जित खादा सुख उपजा फिर दुख न लगाए पौड़ी हाँ जियो सच्चा सच तू सच्चे मिलाए दूजा दूजी तरफ है पूर्ण मिला न मिला जाए आपे जोड़ बिछोड़िया आपे कुदरत ने दिखाए मोह सो जोग है पूर्ण मिठा कमाए हाँ भाई तिनको जो हर चलती रहे बुलाए जो जल में कमलित है ऐसी बनत बनाए से सुखिए सदा सुने जिन्हें बिचों आप गवाए तिन सोग विजोग कदे नहीं जो हर कैंप समाए श्लोक पहला तीजा नानक सो साला ही है जिस वस सब किछ होए तिसे से हो प्राणी हो इस बिन अवर न होए गुरुमुख हर प्रभ मन वसै तान सदा सदा सुख होए सहसा मूल न होवई सब चिंता मिटो जाए जो किछ होए सो सहजे होए कहना किछु न जाए सच्चा साहिब मन वसै चिंदिया पर पाए नानक इनका आख्या आप सुने जे लहन पन्ना पाए मैया की जा अमृत सदा बरसदा भूजन भोजन हार गुरुमुख जिनी बुझिया हर अमृत रखिया उरतार हर अमृत पीरा सदा रंग राते हावे कृष्णा मार अमृत हर का नाम है वर्षा कृपा धार नानक गुरुमुख नगरी आया आगरा तमराम मुरार पौड़ी अतुल क्यों तोलिया ऋण तोले पाया न जाए गुर क्या शब्द की चाहिए समाए अपना आप तोलसी आपे मिलाए जिसकी कीमत ना पवे कहना किछु न जाए हाँ बलिहारी गुर अपने जिन सच्ची बूझ दिती बुझाए जगत मुझसे अमृत लुटिया मानुक बूझ न पाए बिना नाल न चलसी जासी जन्म गवाए गुरुमती जागे तिनी कर रखिया तूता का किछ न वसाए श्लोक पहला तीजा बाबिया ना मिलाए ना तरसाए मन
चढ़े चबक गयो बन मैं आती जा बाबिया जल में तेरा वास है जल ही माए फिराए जल की साधना जानी कण पाए जल खाई 24 वर्ष का खाई को खाना है इतने जल वर्षदा एक मरे 5 दिना के नानी ਹਾਂ ਮੰਦੇ ਹੀ ਭਾਗ ਫਿਰ ਕਹਿ ਜਾ ਸਕਦੇ, ਮੰਦੇ ਹੀ ਭਾਗ। ਇਹ ਤੋਂ ਵੱਧ ਹੋਰ ਮਾੜੀ ਗੱਲ ਕੀ ਹੋ ਸਕਦੀ ਹੈ। ਗੁਰੂ ਅਮਰਦਾਸ ਜੀ ਦਾ ਸ਼ਲੋਕ ਆ, ਔਰ ਮਹਾਰਾਜ ਨੇ ਆਪਾਂ ਪਿਛਲੇ ਸ਼ਲੋਕਾਂ 'ਚ ਵੀ ਦੇਖ ਰਹੇ ਹਾਂ, ਵਾਰ-ਵਾਰ ਇੱਕ ਵਿਚਾਰ ਜਿਹੜੀ ਆ ਉਹ ਵਾਰ-ਵਾਰ ਲਿਆਂਦੀ ਕਿ ਬਾਬੀਹਾ ਇੱਕ ਛੋਟਾ ਜਿਹਾ ਪੰਛੀ ਆ, ਪਤਾ ਨਹੀਂ ਵੀ ਉਹਨੂੰ ਕੀ ਤਕਲੀਫ ਹੈ ਜਾਂ ਕੀ ਹੁੰਦਾ ਆ, ਜਾਂ ਉਹਨੂੰ ਖੁਸ਼ੀ ਹੁੰਦੀ ਆ ਜਾਂ ਉਹਨੂੰ ਕੋਈ ਦੁੱਖ ਹੁੰਦਾ ਆ, ਕੀ ਹੁੰਦਾ ਇਹ ਨਹੀਂ ਪਤਾ। ਪਰ ਮੰਨਿਆ ਇਦਾਂ ਜਾਂਦਾ ਆ ਕਿ ਜਦੋਂ ਮਤਲਬ ਗਰਮੀ ਵੱਧਦੀ ਹੈ ਤਾਂ ਉਹ ਇੱਕ ਟਹਿਣੀ ਤੋੜਦਾ, ਦੂਜੀ ਟਾਹਣੀ ਤੇ ਇਧਰੋਂ ਉੱਡਿਆ ਇੱਧਰ, ਉਹ ਤੜਫਦਾ ਹੀ ਰਹਿੰਦਾ ਲਗਾਤਾਰ, ਔਰ ਬਾਰ-ਬਾਰ ਚੀਕਦਾ ਆ, ਬੋਲਣਾ ਸ਼ੁਰੂ ਕਰਦਾ। ਔਰ ਉਹਦੇ ਬਾਰੇ ਇੱਕ ਮਿੱਥ ਆ ਕਿ ਕਹਿੰਦੇ ਜਦੋਂ ਬੱਦਲ ਆਉਂਦੇ ਆ, ਮੀਂਹ ਪੈਂਦਾ ਆ, ਤਾਂ ਮੀਂਹ ਦੇ ਵਿੱਚੋਂ ਇੱਕ ਬੂੰਦ ਜਿਹੜੀ ਆ ਉਹਦੇ ਸਿਰ ਵਿੱਚ, ਕਹਿੰਦੇ ਇੱਕ ਮੋਰੀ ਆ, ਉਹਦੇ 'ਚ ਛੇਕ ਦੇ ਵਿੱਚ ਉਹ ਮੀਂਹ ਦੀ ਇੱਕ ਬੂੰਦ ਪੈਂਦੀ ਆ, ਫਿਰ ਉਹਨੂੰ ਤ੍ਰਿਪਤੀ ਹੁੰਦੀ ਆ। ਕਹਿੰਦੇ ਉਹ ਪਾਣੀ ਇਧਰੋਂ ਉਧਰੋਂ ਆਸਿਓਂ ਪਾਸਿਓਂ ਹੋਰ ਕਿਤੇੋਂ ਨਹੀਂ ਪੀਂਦਾ। ਇਹ ਇੱਕ ਉਹਦੀ ਮਨੌਤ ਆ। ਬਾਕੀ ਇਹ ਤਾਂ ਪਪੀਆ ਹੀ ਜਾਣਦਾ ਵੀ ਉਹਨੂੰ ਕੀ ਹੁੰਦਾ ਆ, ਉਹਨੂੰ ਖੁਸ਼ੀ ਹੁੰਦੀ ਆ ਬੱਦਲਾਂ ਦੇ ਆਉਣ ਦੀ ਕਿ ਜਾਂ ਉਹਨੂੰ ਤਕਲੀਫ ਹੋ ਰਹੀ ਆ ਵੀ ਇਹ ਕੀ ਹੋ ਰਿਹਾ, ਇਹ ਤਾਂ ਪਪੀਆ ਹੀ ਜਾਣੇ। ਪਰ ਉਹ ਤੜਫਦਾ ਚੀਕਦਾ ਜ਼ਰੂਰ ਦੇਖਿਆ ਜਾ ਸਕਦਾ, ਛੋਟਾ ਜਿਹਾ ਇੱਕ ਪੰਛੀ ਆ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਬੀਹਾ ਜਲ ਮੈਂ ਤੇਰਾ ਵਾਸ ਹੈ, ਤੇਰਾ ਵਾਸਾ ਹੀ ਪਾਣੀ ਵਿੱਚ, ਜਲ ਹੀ ਮਾਹੇ ਫਿਰਾਹੇ, ਤੂੰ ਜਲ ਵਿੱਚ ਹੀ ਫਿਰ ਰਿਹਾ ਆ। ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੇ, ਤੂੰ ਚੀਕਦਾ ਤਾਂ ਆ, ਤੈਨੂੰ ਸਾਰ ਨਹੀਂ ਹੈਗੀ ਇਹਦੀ। ਰਹਿ ਤੂੰ ਪਾਣੀ 'ਚ ਹੀ ਰਿਹਾ, ਤੁਰ ਫਿਰ ਤੂੰ ਪਾਣੀ 'ਚ ਹੀ ਰਿਹਾ ਆ, ਪਰ ਤੈਨੂੰ ਸਾਰ ਨਹੀਂ ਹੈਗੀ ਤਾਂ ਤੂੰ ਚੀਕ ਰਿਹਾ ਆ, ਹੈ ਤੂੰ ਪਾਣੀ 'ਚ ਹੀ ਆ। ਫਿਰ ਕਹਿੰਦੇ ਨੇ ਜਲ ਥਲ ਚੌਂ ਦਿਸ਼ ਵਰਸਦਾ ਖਾਲੀ ਕੋ ਥਾਉ ਨਾਹੀਂ। ਜਲ ਥਲ ਪੱਧਰੇ ਜ਼ਮੀਨੀ ਪੱਧਰ ਦੇ ਉੱਤੇ, ਸੁੱਕੇ ਥਾਂ ਤੇ ਜਿਵੇਂ ਸਮੁੰਦਰ ਆ, ਜਾਨੀ ਕਿ ਹਰ ਥਾਂ ਤੇ, ਉੱਚੇ ਨੀਵੇਂ ਥਾਂ ਤੇ ਲਗਾਤਾਰ ਵਰਸ ਰਿਹਾ ਆ। ਕੋਈ ਵੀ ਐਸਾ ਥਾਂ ਨਹੀਂ ਜਿੱਥੇ ਨਹੀਂ ਵਰਸ ਰਿਹਾ। ਅੱਗੇ ਕਹਿੰਦੇ ਨੇ ਏਤਾ ਜਲ ਵਰਸਦਾ ਤਿੱਖ ਮਰੇ, ਇਹਨਾਂ ਜਲ ਵਰਸਦਿਆਂ ਜੇ ਫਿਰ ਵੀ ਧਿਆਇਆ ਮਰ ਜਾਏ, ਇਹਨਾਂ ਜਲ ਵਰਸਦਿਆਂ ਜੇ ਫੇਰ ਵੀ ਤੇਰੀ ਪਿਆਸ ਨਾ ਬੁਝੇ ਤੇ ਤੇਰੇ ਪ੍ਰਾਣ ਨਿਕਲ ਜਾਣ, ਭਾਗ ਤੇਨਾ ਤੇਨਾ ਹੈ, ਫਿਰ ਤੇਰੇ ਭਾਗ ਹੀ ਮਾੜੇ ਆ, ਫਿਰ ਤੇਰਾ ਕੁਝ ਨਹੀਂ ਹੋ ਸਕਦਾ। ਪਾਣੀ 'ਚ ਹੀ ਰਵੇਂ, ਪਾਣੀ 'ਚ ਹੀ ਤੁਰੇ ਫਿਰੇ, ਪਾਣੀ ਹਰੇਕ ਥਾਂ ਵਰਸਦਾ ਹੋਵੇ, ਪਾਣੀ ਤੋਂ ਥਾਂ ਕੋਈ ਖਾਲੀ ਨਾ ਹੋਵੇ, ਇੰਨਾ ਪਾਣੀ ਵਰਸਦਿਆਂ ਜੇ ਫਿਰ ਵੀ ਧਿਆਇਆ ਮਰ ਜਾਏ ਤੇ ਫਿਰ ਤੈਨੂੰ ਕੀ ਕਿਹਾ ਜਾਏ। ਹੁਣ ਇੱਥੇ ਹੀ ਇਹਨਾਂ ਸ਼ਲੋਕਾਂ ਦੇ ਅੰਦਰ ਮਹਾਰਾਜ ਇੱਕ ਥਾਂ ਤੇ ਇਹ ਵੀ ਕਹਿੰਦੇ ਨੇ ਦੁਨੀਆ ਦੇ ਬੰਦਿਓ, ਗੁਰਸਿੱਖੋ, ਗੱਲ ਮੈਂ ਪਪੀਏ ਦੀ ਨਹੀਂ ਕਰਦਾ। ਪਪੀਆ ਤਾਂ ਵਿਚਾਰਾ ਇੱਕ ਪਸ਼ੂ ਆ, ਪਪੀਆ ਤਾਂ ਇੱਕ ਪੰਛੀ ਆ। ਮੈਂ ਤਾਂ ਇਸ ਸੰਸਾਰ ਦੀ, ਇੱਥੇ ਰਹਿਣ ਵਾਲੇ ਲੋਕਾਂ ਦੀ ਗੱਲ ਕਰਦਾ ਭਾਈ। ਮੈਂ ਤਾਂ ਇਹਨਾਂ ਦੀ ਗੱਲ ਕਰਦਾ। ਆ ਪਪੀਏ ਤੜਫਦੇ ਫਿਰਦੇ ਵਿਚਾਰੇ, ਇਹ ਰੋਂਦੇ ਫਿਰਦੇ, ਚੀਕਦੇ ਫਿਰਦੇ ਆ। ਇੰਨਾ ਜਲ ਵਰਸ ਰਿਹਾ, ਇੰਨਾ ਜਲ ਵਰਸ ਰਿਹਾ, ਮੁੱਕਣ ਵਾਲਾ ਕਿਤੇ? ਬੋਲੋ ਜੀ, ਮੁੱਕਣ ਵਾਲਾ ਕਿਤੇ? ਭਰੇ ਭੰਡਾਰ, ਅਖੂਟ ਅਤੋਲ। ਅਖੂਟ ਨਾ ਮੁੱਕਣ ਵਾਲਾ ਤੇ ਅਤੋਲ ਹੈ ਜਿਹੜਾ ਤੋਲਿਆ ਵੀ ਨਹੀਂ ਜਾ ਸਕਦਾ, ਮੁੱਕਣ ਵਾਲਾ ਨਹੀਂ ਹੈ।
ਤੇ ਇੰਨਾ ਜਲ ਦਾ ਪ੍ਰਬੰਧ ਹੁੰਦਿਆਂ ਹੋਇਆਂ, ਇੰਨਾ ਵੱਡਾ ਭੰਡਾਰ ਹੁੰਦਿਆਂ ਹੋਇਆਂ, ਇੰਨੇ ਵੱਡੇ ਖਜ਼ਾਨੇ ਦੇ ਨਾਲ ਸੰਬੰਧ ਹੁੰਦਿਆਂ ਹੋਇਆਂ, ਜੇ ਫਿਰ ਵੀ ਭੁੱਖਾ ਮਰ ਜਾਏ ਤੇ ਫਿਰ ਹੁਣ ਕੀ ਕੀਤਾ ਜਾਏ? ਫਿਰ ਕੀ ਆਖਿਆ ਜਾਏ ਜੀ, ਹੈ ਨਾ? ਭੋਜਨ ਪਿਆ ਹੋਵੇ ਤੇ ਭੋਜਨ ਸਾਹਮਣੇ ਪਏ ਵੱਲ ਵੇਖੇ ਨਾ ਤੇ ਚੀਕੇ, ਹਾਏ ਭੁੱਖ, ਹਾਏ ਭੁੱਖ, ਹਾਏ ਭੁੱਖ। ਕੀ ਕੀਤਾ ਜਾਏ? ਤੇਰਾ ਕੀ ਕੀਤਾ ਜਾਏ ਹੁਣ? ਚਲੋ ਸਾਹਮਣੇ ਪਿਆ ਨਹੀਂ ਦਿਸਦਾ, ਹੁਣ ਇਹਦੇ ਮੂੰਹ ਚ ਪਾ ਦਿਓ। ਜੇ ਮੂੰਹ ਚ ਪਾਉਣ ਤੇ ਵੀ ਅਗਾਂਹ ਨਾ ਲੰਘਾਏ, ਇਹਦਾ ਤੇ ਕੋਈ ਹੁਣ ਹੱਲ ਨਹੀਂ ਨਾ ਹੈਗਾ। ਧੱਕ ਕੇ ਤੇ ਲੰਘਾਇਆ ਨਹੀਂ ਜਾ ਸਕਦਾ, ਲੰਘਾਉਣਾ ਤੇ ਬੰਦੇ ਨੂੰ ਆਪ ਹੀ ਪਏਗਾ। ਮੂੰਹ ਤੱਕ ਤੇ ਲਿਜਾਇਆ ਜਾ ਸਕਦਾ, ਜ਼ੋਰ ਜ਼ਾਰ ਪਾ ਕੇ, ਚਲੋ ਹਿੰਮਤ ਕਰਕੇ, ਖੇਚਲ ਕਰਕੇ ਮੂੰਹ ਤੱਕ ਤਾਂ ਲਿਜਾਇਆ ਜਾ ਸਕਦਾ ਵੀ ਮੂੰਹ 'ਚ ਬੁਰਕੀ ਪਾ ਦਿਓ। ਉਹ ਤੋਂ ਅਗਲਾ ਕੰਮ ਤਾਂ ਬੰਦੇ ਨੂੰ ਆਪ ਹੀ ਕਰਨਾ ਪੈਣਾ। ਉਂਗਲ ਨਾਲ ਧੱਕ ਕੇ ਰੋਟੀ ਥੋੜਾ ਅੰਦਰ ਲੰਘਾਈ ਜਾਏਗੀ। ਸੱਚੇ ਪਾਤਸ਼ਾਹ ਆਖਦੇ ਭਾਈ, ਇਹ ਪਪੀਆ ਜਿਹੜਾ ਵਿਚਾਰਾ ਤੜਫਦਾ ਆ, ਕੂਕਦਾ ਆ, ਤੇ ਇੰਨਾ ਜਲ ਹੁੰਦਿਆਂ ਹੋਇਆਂ ਵੀ ਜੇ ਤੜਫ ਰਿਹਾ ਤੇ ਕੂਕ ਰਿਹਾ ਤੇ ਫਿਰ ਭਾਗ ਮੰਦੇ ਹੀ ਆ। ਹਾਂਜੀ, ਨਾਨਕ ਗੁਰਮੁਖ ਤਿਨ ਸੋਜੀ ਪਈ, ਜਿਨ ਵਸਿਆ ਮਨ ਮਾਹੀ। ਪੌੜੀ ਨਾਥ ਗਤੀ ਸਿੱਧ ਪੀਰ, ਕਿਨੇ ਅੰਤ ਨਾ ਪਾਇਆ। ਗੁਰਮੁਖ ਨਾਮ ਧਿਆਏ, ਤੁਝਾ ਸਮਾਇਆ। ਜੁਗ ਛਤੀ ਗੋਬਾਨ ਕਿਸੀ ਪਾਇਆ, ਜਹਾ ਬਿੰਬ ਅਸਰਾਰ ਤਿਨਾ ਵਰਤਾਇਆ। ਨੀਰਾ ਨੀਰਾ ਗਮ ਸਰਜੀਤ ਸਬਾਇਆ, ਅਗਨ ਉਪਾਈ ਵਾਦ ਉਖ ਤਿਹਾਇਆ। ਦੁਨੀਆ ਦੇ ਸਿਰਕਾਰ ਦੂਜਾ ਪਾਇਆ, ਰੱਖਾ ਰੱਖਣ ਹਾਰ ਜਿਨ ਸ਼ਬਦ ਬੁਝਾਇਆ। ਇਸ 9ਵੀਂ ਪੌੜੀ ਦਾ ਪਾਠ ਕਰਦਿਆਂ ਆਰੰਭ ਵਾਲੀ ਤੁਕ ਵੱਲ ਧਿਆਨ ਦਿਓ ਜੀ। ਨਾਥ ਜਤੀ ਸਿੱਧ ਪੀਰ, ਠੀਕ ਹੈ? ਚਾਰ ਨਾ ਆਏ, ਨਾਥ ਜਤੀ ਸਿੱਧ ਪੀਰ। ਅੱਗੇ ਮਹਾਰਾਜ ਕਹਿੰਦੇ ਕਿਨੇ ਅੰਤ ਨਾ ਪਾਇਆ, ਕਿਸੇ ਨੇ ਵੀ ਅੰਤ ਨਹੀਂ ਪਾਇਆ, ਕੁਛ ਨਹੀਂ ਪਤਾ ਇਹਨਾਂ ਨੂੰ, ਠੀਕ ਹੈ? ਹੁਣ ਜਦੋਂ ਮਹਾਰਾਜ ਕਹਿੰਦੇ ਨਾਥ ਜਤੀ ਸਿੱਧ ਪੀਰ, ਕਿਨੇ ਅੰਤ ਨਾ ਪਾਇਆ, ਤੇ ਜਰਾ ਥੋੜਾ ਜਿਹਾ ਸੁਰਤ ਨੂੰ ਮਾੜਾ ਜਿਹਾ ਉੱਚਾ ਚੁੱਕ ਕੇ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਦੇਖੀਏ। ਜਦੋਂ ਮਹਾਰਾਜ ਨੇ ਇਹ ਜ਼ਿਕਰ ਕੀਤਾ ਤੇ ਇਹ ਕੋਈ ਮਾੜੇ ਮੋਟੇ ਨਾਥ ਉਹਨਾਂ ਦਾ ਜ਼ਿਕਰ ਥੋੜੀ ਹੋਏਗਾ। ਮਹਾਰਾਜ ਨੇ ਵੱਡਿਆਂ ਵੱਡਿਆਂ ਜਿਹੜੇ ਸਿਰੇ ਦੇ ਸੀ ਨਾ, ਉਹਨਾਂ ਨਾਲ ਬਹਿ ਕੇ ਵੇਖਿਆ, ਜਿਹੜੇ ਮੇਨ ਸੀਗੇ। ਮਾੜੇ ਮੋਟੇ ਇੱਥੇ ਕੋਈ ਗਲੀ 'ਚ ਤੁਰੇ ਫਿਰਦੇ ਐਵੇਂ ਸੁਰਮਾ ਵੇਚਣ ਵਾਲੇ ਜੋਗੀ ਨਾਲ ਗੱਲਬਾਤ ਕਰਕੇ ਥੋੜਾ ਕਹਿਤਾ ਵੀ ਇਹਨੂੰ ਕੱਖ ਨਹੀਂ ਪਤਾ। ਨਹੀਂ, ਜਿਹੜੇ ਉੱਤੇ ਮੇਨ ਤੇ ਉੱਤੇ ਸੀਗੇ ਉੱਥੋਂ ਲਿਆਂਦਾ। ਪਰ ਮਹਾਰਾਜ ਕਹਿੰਦੇ ਐ ਨਹੀਂ ਕੁਛ ਵੀ ਇਹਨਾਂ ਦੇ ਕੋਲ। ਜਦੋਂ ਮਹਾਰਾਜ ਇਹ ਫੈਸਲਾ ਦੇਣ ਤੇ ਫਿਰ ਸਾਨੂੰ ਗੁਰੂ ਤੇ ਭਰੋਸਾ ਕਰ ਲੈਣਾ ਚਾਹੀਦਾ ਸੀ, ਪਰ ਅਸੀਂ ਗੁਰੂ ਦਾ ਭਰੋਸਾ ਛੱਡ ਕੇ ਅਸੀਂ ਪਤਾ ਨਹੀਂ ਇੱਧਰ ਉੱਧਰ ਪੀਰਾਂ ਪੂਰਾਂ ਦੇ ਕਿੱਧਰ ਤੁਰ ਗਏ। ਕਿੰਨੇ ਪੀਰ ਸਿਰਜ ਲੈ, ਪੀਰਾਂ ਦਾ ਮੀਂਹ ਪਿਆ ਪਿਆ ਇੱਥੇ ਪੰਜਾਬ ਦੀ ਧਰਤੀ ਤੇ, ਅਸੀਂ ਪੀਰਾਂ ਦੇ ਚੁੰਗਲਾਂ 'ਚ ਵੀ ਫਸ ਗਏ। ਤੋ ਮਹਾਰਾਜ ਕਿਰਪਾ ਕਰਨਾ, ਅਸੀਂ ਮਿੱਥੇ ਹੋਏ ਸਮੇਂ ਦੇ ਮੁਤਾਬਕ ਇਸ ਪਾਠ ਨੂੰ ਇੱਥੇ ਹੀ ਵਿਰਾਮ ਦਿੰਨੇ ਆ। ਅਗਲਾ ਥੋੜਾ ਜਿਹਾ ਸਮਾਂ ਅਸੀਂ ਹੋਰ ਵਿਚਾਰ ਲਈ ਰੱਖਿਆ। ਜਿਸ ਤਰ੍ਹਾਂ ਬਾਕੀ ਅਗਲਾ ਸਮਾਂ ਹੋਏਗਾ ਉਹ ਆਪ ਜੀ ਦੇ ਨਾਲ ਅਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਾਠ ਦਾ ਇੱਥੇ ਹੀ ਆਪਾਂ ਵਿਰਾਮ ਦੇ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ।